ਹੋਪ ਗਲੋਬਲ ਟੀਵੀ ਦੇ ਸਾਰੇ ਹੀ ਦਰਸ਼ਕਾਂ ਦਾ ਗੁਰਵੇਲ ਸਿੰਘ ਵੱਲੋਂ ਪ੍ਰੋਗਰਾਮ ਗੁਰਮਤਿ ਵਿਚਾਰ ਵਿੱਚ ਸਵਾਗਤ। ਸਾਧ ਸੰਗਤ ਜੀ, ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਵਿਚਾਰ ਕਰਨੀ ਹੈ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਤੋਂ ਲੈ ਕੇ ਉਹਨਾਂ ਦੇ ਪ੍ਰਚਾਰ ਦੌਰਿਆਂ ਤੱਕ, ਅਤੇ ਇਸੇ ਹੀ ਪ੍ਰੋਗਰਾਮ ਦੇ ਵਿੱਚੋਂ ਅੰਤ ਨੂੰ ਪੁੱਛਿਆ ਜਾਣਾ ਹੈ ਇੱਕ ਸਵਾਲ, ਜਿਸ ਸਵਾਲ ਦਾ ਠੀਕ ਜਵਾਬ ਦੇਣ ਵਾਲੇ ਦਰਸ਼ਕ ਨੂੰ ਸਾਡੇ ਸਪਾਂਸਰ ਸਰਦਾਰ ਸੁਰਿੰਦਰਪਾਲ ਸਿੰਘ ਜੀ ਰੂਹਾਨੀ ਸੰਦੇਸ਼ ਪੱਤਰਕਾ ਕਾਨਪੁਰ ਵਾਲਿਆਂ ਵੱਲੋਂ ਦਿੱਤਾ ਜਾਵੇਗਾ ਆਕਰਸ਼ਕ ਇਨਾਮ। ਅਤੇ ਇਸ ਦੇ ਨਾਲ ਹੀ ਆਪ ਜੀ ਨੇ ਇਸ ਚੈਨਲ ਨੂੰ YouTube 'ਤੇ ਵੀ ਸਬਸਕ੍ਰਾਈਬ ਜ਼ਰੂਰ ਕਰਨਾ ਜੀ, ਅਤੇ ਫੇਸਬੁੱਕ 'ਤੇ ਸਾਡੇ ਪੇਜ ਨੂੰ ਵੀ ਜ਼ਰੂਰ ਲਾਈਕ ਕਰਨਾ। ਅਤੇ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੀਵਨ 'ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਕਰਨ ਲਈ ਵਿਸ਼ੇਸ਼ ਰੂਪ ਦੇ ਵਿੱਚ ਪਹੁੰਚੇ ਹੋਏ ਨੇ ਸਰਦਾਰ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਦੇ ਨਾਲ ਅਸੀਂ ਪਹਿਲਾਂ ਵੀ ਗੁਰੂ ਸਾਹਿਬਾਨ ਜੀ ਦੇ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰਾਂ ਨੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਨੇ। ਅਤੇ ਅੱਜ ਵੀਰ ਜੀ ਦੇ ਨਾਲ ਅਸੀਂ ਵਿਚਾਰਾਂ ਦੀ ਸਾਂਝ ਕਰਨੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੀਵਨ 'ਤੇ, ਉਹਨਾਂ ਦੇ ਪ੍ਰਕਾਸ਼ ਤੋਂ ਲੈ ਕੇ ਪ੍ਰਚਾਰ ਤੱਕ ਦਾ ਜੋ ਸਫ਼ਰ ਹੈ ਉਸ ਨੂੰ ਅਸੀਂ ਆਪ ਜੀ ਦੇ ਨਾਲ ਸਾਂਝਾ ਕਰਨਾ। ਵੀਰ ਜੀ, ਪ੍ਰੋਗਰਾਮ ਗੁਰਮਤਿ ਵਿਚਾਰ ਸਵਾਗਤ। ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਔਰ ਅੱਜ ਗੁਰੂ ਸਾਹਿਬਾਂ ਦੀ ਕਿਰਪਾ ਦੇ ਸਦਕਾ ਹੀ ਅਸੀਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਾਰੇ ਵਿਚਾਰ ਚਰਚਾ ਕਰਾਂਗੇ। ਆਓ ਗੁਰੂ ਜੀ ਦੇ ਜੀਵਨ ਬਾਰੇ ਵਿਚਾਰਾਂ ਕਰੀਏ ਅਤੇ ਗੁਰੂ ਜੀ ਦੇ ਜੀਵਨ ਤੋਂ ਮਿਲਦੀਆਂ ਸਿੱਖਿਆਵਾਂ ਸੁਣ ਕੇ, ਮੰਨ ਕੇ ਅਤੇ ਸੱਚੇ ਅਤੇ ਨੇਕ ਇਨਸਾਨ ਬਣਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਮੀਰੀ ਪੀਰੀ ਵਾਲਿਆ ਤੇਰੀਆਂ ਕਰਨੀਆਂ ਨੇ, ਪੱਕਾ ਸੰਗਲ ਗੁਲਾਮੀਆਂ ਦਾ ਤੋੜ ਦਿੱਤਾ, ਤੂੰ ਇੱਕ ਹੱਥ ਮਾਲਾ ਅਤੇ ਦੂਜੇ ਤਲਵਾਰ ਲੈ ਕੇ ਭਗਤੀ ਸ਼ਕਤੀ ਨੂੰ ਇਕੱਠਿਆਂ ਜੋੜ ਦਿੱਤਾ। ਭਗਤੀ ਅਤੇ ਸ਼ਕਤੀ ਦੇ ਸੁਮੇਲ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਕ ਸਾਡੇ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਖਾਲਸੇ ਨੂੰ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਅਤੇ ਜ਼ਬਰ ਜ਼ੁਲਮ ਦਾ ਤਲਵਾਰ ਦੇ ਨਾਲ ਮੁਕਾਬਲਾ ਕਰਨ ਦਾ ਸਤਿਗੁਰਾਂ ਨੇ ਸਾਨੂੰ ਵੱਲ ਦੱਸਿਆ, ਤਰੀਕਾ ਦੱਸਿਆ। ਅਤੇ ਆਓ ਸਤਿਗੁਰਾਂ ਦੇ ਸਭ ਤੋਂ ਪਹਿਲਾਂ ਪ੍ਰਕਾਸ਼ ਦੇ ਬਾਰੇ 'ਚ, ਕਿ ਗੁਰੂ ਸਾਹਿਬਾਂ ਜੀ ਦਾ ਪ੍ਰਕਾਸ਼ ਕਦੋਂ ਅਤੇ ਕਿੱਥੇ ਹੋਇਆ, ਔਰ ਨਾਲ ਹੀ ਸਤਿਗੁਰਾਂ ਦੇ ਮਾਤਾ ਪਿਤਾ ਕੌਣ ਸਨ, ਔਰ ਸਤਿਗੁਰਾਂ ਦੇ ਬਚਪਨ ਦੇ ਵਿੱਚ ਉਹਨਾਂ ਦੇ ਤਾਇਆ ਜੀ ਦਾ ਕੀ ਰੋਲ ਰਿਹਾ, ਕਿਉਂਕਿ ਤਾਇਆ ਨੂੰ ਵੈਸੇ ਤਾਂ ਭਤੀਜੇ ਬੜੇ ਪਿਆਰੇ ਹੁੰਦੇ ਆ, ਪਰੰਤੂ ਇੱਧਰ ਇੱਕ ਨਵੇਕਲੀ ਕਿਸਮ ਦਾ ਤਾਇਆ ਸੀ ਪ੍ਰਿਥੀ ਚੰਦ, ਉਹਦੇ ਵੀ ਰੋਲ 'ਤੇ ਇਹ ਸਾਰੀ ਦੀ ਸਾਰੀ ਗੱਲ ਸਤਸੰਗ ਦੇ ਨਾਲ ਸਾਂਝੀ ਕਰੋ ਜੀ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਨੂੰ ਅਸੀਂ ਛਟਮ ਪੀਰ, 6ਵੇਂ ਗੁਰੂ ਨਾਨਕ ਦੀ ਜੋਤ, 6ਵੇਂ ਪਾਤਸ਼ਾਹ, ਦਲ ਭੰਜਨ ਗੁਰਸੂਰਮਾ ਅਤੇ ਮੀਰੀ ਪੀਰੀ ਦੇ ਮਾਲਕ ਕਹਿੰਦੇ ਹਾਂ। ਉਹਨਾਂ ਦੇ ਜਨਮ ਬਾਰੇ ਗੁਰਬਾਣੀ 'ਚ ਇੱਕ ਤੁਕ ਬਹੁਤ ਪਿਆਰੀ ਲਿਖੀ ਹੋਈ ਹੈ, ਉਸ ਦੇ ਬਿਨਾਂ ਗੁਰੂ ਜੀ ਦਾ ਜੀਵਨ ਜਿਹੜਾ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰਬਾਣੀ 'ਚ ਲਿਖਿਆ ਹੈ, ਵੱਡ ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰਉਪਕਾਰੀ। ਕਿ ਇਹ ਦਲ ਭੰਜਨ ਗੁਰੂ, ਇਹ ਸੂਰਮਾ ਗੁਰੂ, ਇਹ ਜਿਹੜਾ ਵੱਡਾ ਯੋਧਾ ਗੁਰੂ ਸੀ, ਇਹ ਸਿਰਫ ਸੂਰਮਾ ਯੋਧਾ ਅਤੇ ਸੂਰਬੀਰਤੇ ਵਾਲੇ ਕੰਮ ਨਹੀਂ ਕੀਤੇ, ਇਸ ਗੁਰੂ ਨੇ ਪਰਉਪਕਾਰੀ ਵਾਲੇ ਵੀ ਕੰਮ ਕੀਤੇ। ਇਹ ਸਾਰੇ ਕੰਮ ਕਦੋਂ, ਕਿਸ ਤਰ੍ਹਾਂ ਅਤੇ ਕਿਵੇਂ ਕੀਤੇ, ਕਿਹਨਾਂ ਦੀ ਦੇਖ ਰੇਖ ਹੇਠ ਕੀਤੇ, ਇਹ ਸਾਰੀ ਵਿਚਾਰ ਅੱਜ ਅਸੀਂ ਕਰਦੇ ਹਾਂ। ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਜਨਮ ਹੈ, ਜੋ ਪ੍ਰਕਾਸ਼ ਹੈ, ਉਹ 19 ਜੂਨ ਸੰਨ 1595 ਈਸਵੀ ਨੂੰ ਪਿੰਡ ਵਡਾਲੀ ਅੰਮ੍ਰਿਤਸਰ ਸਾਹਿਬ ਵਿਖੇ ਹੁੰਦਾ ਹੈ ਜੀ। ਪੰਜਵੇਂ ਗੁਰੂ, ਪੰਜਵੇਂ ਪਾਤਸ਼ਾਹ, ਸ਼ਾਂਤੀ ਅਤੇ ਨਿਮਰਤਾ ਦੇ ਪੁੰਜ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਹਨਾਂ ਦੀ ਇਹ ਇਕਲੌਤੀ ਔਲਾਦ ਸੀ। ਮਾਤਾ ਗੰਗਾ ਜੀ ਦੀ ਕੁੱਖੋਂ ਇਹਨਾਂ ਦਾ ਜਨਮ ਹੁੰਦਾ ਹੈ। ਅਤੇ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਭਰਾ ਸੀ ਪ੍ਰਿਥੀ ਚੰਦ, ਇਹ ਇੱਕ ਵੱਖਰੀ ਹੀ ਕਿਸਮ ਦਾ ਭਰਾ ਸੀ ਜੀ। ਗੁਰੂ ਅਰਜਨ ਦੇਵ ਜੀ ਦੇ ਘਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਜਨਮ ਲੈਂਦੇ ਹਨ, ਅਤੇ ਪ੍ਰਿਥੀ ਚੰਦ ਦਾ ਮਨ ਉਦੋਂ ਹੀ ਸੜ ਜਾਂਦਾ ਹੈ। ਕਿਉਂਕਿ ਪ੍ਰਿਥੀ ਚੰਦ ਸ਼ੁਰੂ ਤੋਂ ਹੀ, ਜਦੋਂ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਛੋਟੇ ਬੇਟੇ ਨੂੰ ਦਿੱਤੀ ਸੀ, ਨਾ ਕਿ ਪ੍ਰਿਥੀ ਚੰਦ ਨੂੰ, ਅਤੇ ਇਹ ਉਦੋਂ ਤੋਂ ਹੀ ਗੁਰੂ ਜੀ ਦੇ ਵਿਰੁੱਧ ਚਾਲਾਂ ਚੱਲਦਾ ਸੀ। ਈਰਖਾ ਅਤ ਦਰਜੇ ਦੀ ਸੀ। ਗੁਰੂ ਜੀ ਦਾ ਵਿਰੋਧ ਕੇਵਲ ਰਾਜਸੀ ਨੇਤਾਵਾਂ ਨੇ ਨਹੀਂ, ਸਭ ਤੋਂ ਜ਼ਿਆਦਾ ਵਿਰੋਧ ਪ੍ਰਿਥੀ ਚੰਦ ਨੇ ਕੀਤਾ। ਅਤੇ ਪ੍ਰਿਥੀ ਚੰਦ ਦਾ ਘਰ ਇੱਕ ਪੁੱਤਰ ਪੈਦਾ ਹੋਇਆ ਸੀ, ਜਿਸ ਦਾ ਨਾਮ ਮਿਹਰਬਾਨ ਸੀ। ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਾਦੀ ਤੋਂ 15 ਸਾਲ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਦੀ
ਜੀ ਦਾ ਪ੍ਰਕਾਸ਼ ਹੁੰਦਾ ਹੈ, ਆਗਮਨ ਹੁੰਦਾ ਹੈ, ਉਹ ਵੀ ਬਾਬਾ ਬੁੱਢਾ ਸਾਹਿਬ ਜੀ ਦੀ ਕਿਰਪਾ ਮਿਹਰ ਸਦਕਾ ਉਹ ਅਸੀਂ ਅੱਗੇ ਜਾ ਕੇ ਡਿਸਕਸ ਕਰਾਂਗੇ। ਪਰ ਮੈਂ ਇੱਥੇ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਹਾਂ ਕਿ ਗੁਰੂ ਜੀ ਦਾ ਜਿਹੜਾ ਬਚਪਨ ਹੈ ਉਹ ਹਰਗੋਬਿੰਦ ਸਾਹਿਬ ਜੀ ਦਾ ਬਚਪਨ ਬੜਾ ਹੀ ਗੁਰੂ ਸਾਹਿਬਾਂ ਦੀ ਕਿਰਪਾ ਤੇ ਦੇਖ ਰੇਖ ਹੇਠ ਗੁਜ਼ਰਿਆ, ਗੁਰੂ ਅਰਜਨ ਦੇਵ ਜੀ ਦੀ। ਪਰ ਨਾਲ ਹੀ ਪ੍ਰਿਥੀ ਚੰਦ ਨੇ ਇੱਕ ਸਹੁੰ ਇਹ ਖਾਧੀ ਹੋਈ ਸੀ ਕਿ ਜੇ ਗੁਰੂ ਅਰਜਨ ਦੇ ਘਰ ਪੁੱਤਰ ਪੈਦਾ ਹੋ ਗਿਆ ਹੈ, ਮੈਂ ਉਸ ਨੂੰ ਤੁਰਨ ਤੱਕ ਪਹੁੰਚਣ ਨਹੀਂ ਦੇਣਾ, ਮੈਂ ਉਸ ਤੇ ਹਮਲੇ ਕਰਵਾ ਕੇ ਉਸ ਨੂੰ ਮਰਵਾ ਦੇਣਾ ਹੈ। ਬਿਲਕੁਲ ਹੀ ਗੁਰਬਾਣੀ ਕਹਿੰਦੀ ਹੈ, ਲੋਭੀ ਜੀੜਾ ਇਉਂ ਫਿਰਤ ਹੈ ਜਿਉਂ ਕੂਕਰ ਹਰਕਾਇਆ, ਕਿਉਂਕਿ ਕੁੱਤਾ ਸਭ ਤੋਂ ਵਫਾਦਾਰ ਹੁੰਦਾ ਹੈ ਆਪਣੇ ਮਾਲਕ ਦਾ, ਪਰ ਉਹੀ ਕੁੱਤਾ ਜਦੋਂ ਹਲਕਾ ਹੋ ਜਾਂਦਾ ਹੈ ਨਾ, ਫਿਰ ਮਾਲਕ ਨੂੰ ਉਹੀ ਕੱਟਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਹੀ ਲੋਭੀ ਬੰਦਾ ਹੁੰਦਾ ਹੈ। ਲੋਭੀ ਬੰਦਾ ਹਮੇਸ਼ਾ ਹੀ ਸੱਚ ਦੀ ਖਾਤਰ ਕਦੇ ਵੀ ਹੈ ਜਿਹੜਾ ਉਹ ਪੱਖ ਨਹੀਂ ਲੈਂਦਾ। ਲੋਭੀ ਬੰਦੇ ਦੀ ਇੱਕ ਹੀ ਚੀਜ਼ ਰਹਿੰਦੀ ਹੈ ਕਿ ਉਸਨੇ ਨੁਕਸਾਨ ਕਰਨੇ ਆ। ਅਤੇ ਪ੍ਰਿਥੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਪਰ ਬਹੁਤ ਸਾਰੇ ਹਮਲੇ ਵੀ ਕਰਵਾਏ, ਜਿਨ੍ਹਾਂ ਦੇ ਵਿੱਚ ਅਸੀਂ ਕਹਿ ਲਈਏ ਕਿ ਇੱਕ ਦਾਈ ਵਾਲਾ ਹਮਲਾ ਸੀ, ਇੱਕ ਬ੍ਰਾਹਮਣ ਵਾਲਾ ਸੀ, ਇੱਕ ਜਿਹੜਾ ਸੀਗਾ ਸਪੇਰੇ ਵਾਲਾ ਸੀ। ਉਹ ਸਾਰੇ ਸੰਗਤਾਂ ਨੂੰ ਦੱਸੋ ਜੀ। ਮੈਂ ਗੁਰੂ ਅਰਜਨ ਦੇਵ ਜੀ ਦੇ ਬਾਰੇ ਇੱਕ ਛੋਟੀ ਜਿਹੀ ਤੁਕ ਜੋ ਭੱਟਾਂ ਨੇ ਲਿਖੀ ਹੈ ਉਹ ਪਹਿਲਾਂ ਜ਼ਰੂਰ ਦੱਸਣਾ ਚਾਹਾਂਗਾ, ਕਿਉਂਕਿ ਭੱਟਾਂ ਨੇ ਗੁਰੂ ਅਰਜਨ ਦੇਵ ਜੀ ਬਾਰੇ ਇਹ ਲਿਖਿਆ ਸੀ, ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਭਗਤ ਕਿਹਾ, ਫਿਰ ਉਹਨਾਂ ਨੇ ਕਿਹਾ ਜੀ ਇਹ ਬ੍ਰਹਮ ਨੇ, ਇਹਨਾਂ ਨੇ ਬ੍ਰਹਮ ਦੀ ਪਛਾਣ ਕੀਤੀ ਹੈ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਗੁਰੂ ਅਰਜਨ ਦੇਵ ਜੀ ਦੇ ਘਰ ਪੈਦਾ ਹੁੰਦੇ ਹਨ ਅਤੇ ਗੁਰੂ ਅਰਜਨ ਦੇਵ ਜੀ ਆਪਣੇ ਪੁੱਤਰ ਬਾਰੇ ਇਹ ਕਹਿੰਦੇ ਹਨ, ਜੰਮਿਆ ਭੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭੇ ਲਿਖਿਆ ਧੁਰ ਕਾ, ਕਿ ਇਹ ਜਿਹੜਾ ਪੂਤ ਜਿਹੜਾ ਜੰਮਿਆ ਹੈ, ਜਿਹੜਾ ਪੁੱਤਰ ਨੇ ਪ੍ਰਕਾਸ਼ ਲਿਆ ਹੈ, ਜਨਮ ਦਿਹਾੜਾ ਜੋ ਹੋਇਆ ਹੈ, ਇਹ ਉਸ ਅਕਾਲ ਪੁਰਖ ਦਾ ਰੂਪ ਹੀ ਹੈ, ਉਹ ਆਪ ਗੋਬਿੰਦ ਆਇਆ ਹੈ। ਅਤੇ ਜਦੋਂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਸ ਤੋਂ ਬਾਅਦ ਪ੍ਰਿਥੀ ਚੰਦ ਨੇ ਹੀ ਗੁਰੂ ਜੀ ਦੇ ਉੱਤੇ ਹਮਲੇ ਕਰਾਉਣੇ ਸ਼ੁਰੂ ਕਰਵਾ ਦਿੱਤੇ ਸੀ। ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, 4 ਹਮਲੇ ਗੁਰੂ ਸਾਹਿਬਾਂ 'ਤੇ ਬਚਪਨ 'ਤੇ ਹੀ 3 ਸਾਲ ਦੀ ਉਮਰ ਤੋਂ ਪਹਿਲਾਂ ਹੀ ਪ੍ਰਿਥੀ ਚੰਦ ਤਾਈ ਨੇ ਕਰਵਾ ਦਿੱਤੇ। ਇਹ ਪ੍ਰਿਥੀ ਚੰਦ ਦਾ ਵੱਖਰਾ ਹੀ ਰਿਸ਼ਤਾ ਸੀ ਕਿ ਵੈਸੇ ਤਾਂ ਭਤੀਜੇ ਬਹੁਤ ਪਿਆਰੇ ਹੁੰਦੇ ਜਿਵੇਂ ਤੁਸੀਂ ਕਿਹਾ ਹੈ, ਪਰ ਪ੍ਰਿਥੀ ਚੰਦ ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਰਵਾਉਣਾ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਗੁਰਗੱਦੀ ਜਾਂ ਤਾਂ ਮੇਰੇ ਕੋਲ ਆਵੇ ਜਾਂ ਮੇਰੇ ਪੁੱਤਰ ਮਿਹਰਬਾਨ ਦੇ ਕੋਲ ਆਵੇ। ਇਸ ਕਰਕੇ ਉਸਨੇ ਜਿਹੜੇ ਹਮਲੇ ਕਰਵਾਏ ਉਹਨਾਂ ਦੀ ਮੈਂ ਗੱਲ ਜ਼ਰੂਰ ਇੱਥੇ ਕਰਾਂਗਾ। ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਦਾਈ ਫੱਤੋ ਨਾਮ ਦੀ ਦਾਈ ਸੀ, ਉਸ ਨੂੰ ਪੈਸੇ ਦੇ ਕੇ 100 ਰੁਪਈਆ ਦੇ ਕੇ ਉਸ ਨੂੰ ਖਰੀਦਿਆ ਅਤੇ ਇਹ ਕਿਹਾ ਕਿ ਆਪਣਾ ਦੁੱਧ ਪਿਲਾ ਕੇ, ਉਹ ਦੁੱਧ ਦੇ ਵਿੱਚ ਥਣਾਂ ਦੇ ਉੱਤੇ ਜ਼ਹਿਰ ਲਗਾ ਕੇ ਗੁਰੂ ਸਾਹਿਬਾਂ ਨੂੰ ਦੁੱਧ ਪਿਲਾਏ, ਅਤੇ ਉਹ ਜਦੋਂ ਦੁੱਧ ਬੱਚਾ ਪੀਏਗਾ ਅਤੇ ਉਹ ਮਰ ਜਾਏਗਾ। ਪਰ ਹੋਇਆ ਇਹ, ਕਹਿੰਦੇ ਅਕਾਲ ਪੁਰਖ ਦਾ ਭਾਣਾ ਜਿਹੜਾ ਹੋਵੇ, ਜਿਸ ਨੂੰ ਰਾਖੇ ਸਾਈਆਂ ਮਾਰ ਸਕੇ ਨਾ ਕੋਈ। ਅਤੇ ਉਹ ਦੁੱਧ ਪਿਲਾਉਣ ਜਦੋਂ ਦਾਈ ਫੱਤੋ ਗੁਰੂ ਸਾਹਿਬਾਂ ਦੇ ਘਰ ਜਾਂਦੀ ਹੈ, ਪਿਲਾਉਣ ਤੋਂ ਪਹਿਲਾਂ ਹੀ ਉਲਟਾ ਜ਼ਹਿਰ ਉਸ ਨੂੰ ਹੀ ਰਿਐਕਟ ਕਰ ਜਾਂਦਾ ਹੈ ਅਤੇ ਉਹ ਦਾਈ ਫੱਤੋ ਉੱਥੇ ਹੀ ਮਰ ਜਾਂਦੀ ਹੈ। ਦੂਸਰਾ ਜਿਹੜਾ ਹਮਲਾ ਉਹ ਸਪੇਰੇ ਨੂੰ ਖਰੀਦਿਆ ਗਿਆ, ਇੱਕ ਬਹੁਤ ਜ਼ਹਿਰੀਲਾ ਸੱਪ, ਉਸ ਨੂੰ ਗੁਰੂ ਸਾਹਿਬਾਂ ਦੇ ਕਮਰੇ 'ਚ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਮਰੇ 'ਚ ਛੁਡਵਾਇਆ ਗਿਆ। ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਸਾਹਿਬਾਂ ਨੇ ਉਸ ਨੂੰ ਪਕੜ ਕੇ ਮਾਰ ਦਿੱਤਾ। ਕਈ ਇਤਿਹਾਸਕਾਰ ਲਿਖਦੇ ਹਨ ਕਿ ਜੀ ਉੱਥੋਂ ਦੇ ਜਿਹੜੇ ਸੇਵਾਦਾਰ ਸੀ ਉਹਨਾਂ ਨੇ ਦੇਖ ਕੇ ਉਸ ਨੂੰ ਮਾਰ ਦਿੱਤਾ। ਤੀਸਰਾ ਜਿਹੜਾ ਹਮਲਾ ਸੀ ਉਹ ਇੱਕ ਬ੍ਰਾਹਮਣ ਜਿਹੜਾ ਰਸੋਈਆ ਸੀ ਗੁਰੂ ਸਾਹਿਬਾਂ ਦੇ ਘਰ ਕੰਮ ਕਰਦਾ, ਉਸ ਨੂੰ ਖਰੀਦਿਆ ਗਿਆ, ਉਸ ਨੂੰ ਲਾਲਚ ਦਿੱਤਾ ਗਿਆ ਅਤੇ ਉਸ ਨੂੰ ਇਹ ਕਿਹਾ ਗਿਆ ਕਿ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰ ਦਿੱਤਾ ਜਾਏ। ਪਰ ਉਹ ਦਹੀਂ ਖਿਲਾਉਣ ਤੋਂ ਪਹਿਲਾਂ ਦਹੀਂ ਦੀ ਜਿਹੜੀ ਕਟੋਰੀ ਸੀ ਉਹ ਥੱਲੇ ਗਿਰ ਗਈ, ਉੱਥੇ ਕੁੱਤੇ ਨੇ ਉਹ ਦਹੀਂ ਦੀ ਕਟੋਰੀ ਖਾਧੀ ਅਤੇ ਕੁੱਤਾ ਉੱਥੇ ਹੀ ਮਰ ਗਿਆ। ਇਸ ਬਾਰੇ ਇੱਕ ਤੁਕ ਵੀ ਮਿਲਦੀ ਹੈ ਜੀ, ਬ੍ਰਾਹਮਣ ਦੀ ਜਿਹੜੀ ਜਦੋਂ ਮੌਤ ਹੁੰਦੀ ਹੈ ਅਤੇ ਗੁਰੂ ਸਾਹਿਬ ਉੱਥੇ ਤੁਕ ਉਚਾਰਦੇ ਨੇ, ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਉਸ ਤੋਂ ਬਾਅਦ ਕੀ ਹੁੰਦਾ ਹੈ ਜੀ, ਬ੍ਰਾਹਮਣ ਦੇ ਪੇਟ 'ਚ ਬਹੁਤ ਤੇਜ਼ ਦਰਦ ਹੁੰਦਾ ਹੈ ਅਤੇ ਉਹ ਮਰ ਜਾਂਦਾ ਹੈ। ਚੌਥਾ ਹਮਲਾ, ਗੁਰੂ ਸਾਹਿਬਾਂ ਦਾ ਇੱਕ ਦੋਸਤ ਸੀ ਛੋਟਾ ਜਿਹਾ ਨੰਦ ਰਾਮ, ਉਸ ਦੇ ਚਾਚੇ ਨੂੰ ਵੀ ਖਰੀਦਿਆ ਗਿਆ ਅਤੇ ਉਸ ਨੂੰ ਇਹ ਕਿਹਾ ਗਿਆ ਕਿ ਇੱਕ ਐਸਾ ਚੋਲਾ ਸਿਲਵਾਏ ਜਿਹਦੇ ਵਿੱਚ 2 ਜੇਬਾਂ ਰੱਖੀਆਂ ਜਾਣ, 2 ਪਾਕਟ ਰੱਖੀਆਂ ਜਾਣ, ਇੱਕ 'ਚ ਮਿਠਾਈ ਅਤੇ ਇੱਕ 'ਚ ਜ਼ਹਿਰ। ਅਤੇ ਉਸ ਚਾਚੇ ਨੇ ਆਪਣੇ ਨੰਦ ਰਾਮ ਭਤੀਜੇ ਨੂੰ ਦਿੱਤਾ ਅਤੇ ਇਹ ਜ਼ਹਿਰ ਅਤੇ ਮਠਿਆਈ ਦੱਸ ਕੇ ਗੁਰੂ ਸਾਹਿਬਾਂ ਨੂੰ ਦੇਣ ਲਈ ਕਹੀ, ਪਰ ਪ੍ਰਮਾਤਮਾ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜੋ ਮਨਜ਼ੂਰ ਹੋਵੇ ਉਹ ਹੀ ਹੋਣਾ ਸੀ। ਉਹ ਮਠਿਆਈ ਤਾਂ ਗੁਰੂ ਜੀ ਨੂੰ ਦੇ ਬੈਠਾ
ਔਰ ਜ਼ਹਿਰ ਖੁਦ ਖਾ ਗਿਆ। ਇਸ ਤੋਂ ਬਾਅਦ ਗੁਰੂ ਸਾਹਿਬਾਂ ਦੇ ਉੱਤੇ ਸੀਤਲਾ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਚੇਚਕ ਦੀ ਬਿਮਾਰੀ, ਉਸ ਦਾ ਵੀ ਹਮਲਾ ਹੋਇਆ। ਪਰ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਗੁਰੂ ਸਾਹਿਬ ਇਹਨਾਂ ਹਮਲਿਆਂ ਤੋਂ, ਇਸ ਬਿਮਾਰੀ ਤੋਂ ਬਚ ਕੇ ਬਾਹਰ ਆਏ। ਅਰਜਨ ਦੇਵ ਜੀ ਨੇ ਸ਼ੁਕਰਾਨੇ ਵਜੋਂ ਸ਼ਬਦ ਇਹ ਉਚਾਰਿਆ, ਸੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ। ਇਸ ਤਰ੍ਹਾਂ ਗੁਰੂ ਜੀ ਦਾ ਜਿਹੜਾ ਬਚਪਨ ਗੁਜ਼ਰਦਾ ਹੈ। ਅਤੇ ਇੰਨੇ ਹਮਲੇ ਹੋਣ ਦੇ ਬਾਵਜੂਦ ਵੀ ਗੁਰੂ ਅਰਜਨ ਦੇਵ ਜੀ ਸ਼ਾਂਤ ਚਿੱਤ ਰਹੇ, ਕਿਉਂਕਿ ਉਹਨਾਂ ਨੂੰ ਪ੍ਰਿਥੀ ਚੰਦ ਦੇ ਸੁਭਾਅ ਦਾ ਪਤਾ ਸੀ। ਵਾਕਿਆ ਹੀ ਬਹੁਤ ਸੁੰਦਰ ਵੀਰ ਜੀ ਉਹਨਾਂ ਨੇ ਦੱਸਿਆ ਸਾਧ ਸੰਗਤ ਜੀ, ਕਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ 'ਤੇ ਇਤਨੇ ਹਮਲੇ ਹੋਏ, ਪਰੰਤੂ ਪਰਮਾਤਮਾ ਜਿਸ ਨੂੰ ਰੱਖਣਾ ਚਾਹੇ ਉਸ ਨੂੰ ਕੌਣ ਮਾਰ ਸਕਦਾ ਹੈ। ਉਸ ਦਾ ਕੋਈ ਵੀ ਵਾਲ ਵਿੰਗਾ ਨਹੀਂ ਕਰ ਸਕਦਾ। ਪਰਮਾਤਮਾ 'ਤੇ ਜਿਸ ਦਾ ਓਟ ਆਸਰਾ ਹੁੰਦਾ ਹੈ, ਉਹ ਦੁਨੀਆ ਨੂੰ ਤਾਰਨ ਆਏ, ਦੁਨੀਆ ਨੂੰ ਜੀਵਨ ਦੇਣ ਆਏ, ਦੁਨੀਆ ਨੂੰ ਜੀਉਣਾ ਸਿਖਾਉਣ ਆਏ, ਉਹਨਾਂ ਨੂੰ ਕੋਈ ਕਿਸ ਤਰ੍ਹਾਂ ਨੁਕਸਾਨ ਪਹੁੰਚਾ ਸਕਦਾ ਸੀ। ਔਰ ਗੁਰੂ ਹਰਗੋਬਿੰਦ ਸਾਹਿਬ ਜੀ 'ਤੇ ਜਦ ਵੀਰ ਜੀ ਹੁਣੀ ਦੱਸ ਰਹੇ ਸੀ ਇੰਨੇ ਹਮਲੇ ਹੋਏ, ਸਤਿਗੁਰੂ ਬਚੇ, ਅਤੇ ਮੈਂ ਇਹ ਸੋਚ ਰਿਹਾ ਸੀ ਕਿ ਉਹ ਤਾਂ ਸਾਡੇ ਵਰਗਿਆਂ ਨੂੰ ਬਚਾਉਣ ਵਾਲੇ ਆ। ਅੱਜ ਸਾਡੇ ਉੱਤੇ ਕਿੰਨੇ ਵੀ ਹਮਲੇ ਕਿਸੇ ਵੀ ਤਰ੍ਹਾਂ ਦੇ ਹੋਣ, ਮੈਂ ਕਹਿੰਦਾ ਕਿ ਜਿਸ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਦਾ ਧਿਆਨ ਧਰ ਲਿਆ, ਜਿਸ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਧਿਆਨ ਦੇ ਵਿੱਚ ਲੈ ਆਂਦਾ, ਜਿਸ 'ਤੇ ਉਹਨਾਂ ਦਾ ਹੱਥ ਹੋ ਗਿਆ, ਉਸ ਨੂੰ ਕਦੇ ਵੀ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ। ਇਹ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਸਦਾ ਬਣੀਆਂ ਰਹਿੰਦੀਆਂ ਨੇ। ਅਤੇ ਹੁਣ ਇਹਦੋਂ ਅੱਗੇ ਅਸੀਂ ਚੱਲਦੇ ਹਾਂ ਕਿ ਗੁਰੂ ਸਾਹਿਬ ਜੀ ਜਿਹੜੇ ਆ ਇਹਨਾਂ ਹਮਲਿਆਂ 'ਚੋਂ ਤੇ ਬਚ ਗਏ। ਫਿਰ ਸਤਿਗੁਰਾਂ ਦੀ ਆਈ ਗੱਲ ਸਕੂਲਿੰਗ ਦੀ, ਸਿੱਖਿਆ ਦੀ, ਕਿਉਂਕਿ ਬਹੁਤ ਕੁਝ ਹੈ ਜਿਹੜਾ ਉਹ ਸਤਿਗੁਰਾਂ ਨੇ ਆਪਣੇ ਪਿਤਾ ਜੀ ਤੋਂ ਸਿੱਖਿਆ ਹੈ। ਉਸ ਤੋਂ ਬਾਅਦ ਸਤਿਗੁਰਾਂ ਨੇ ਹੋਰ ਵੀ ਜਿੰਨੀ ਸਿੱਖਿਆ ਲਈ, ਕਿੱਥੋਂ ਕਿੱਥੋਂ ਕਿਸ ਤਰ੍ਹਾਂ ਕੀ ਕੁਝ ਸਤਿਗੁਰਾਂ ਨੇ ਸਿੱਖਿਆ ਲਈ ਜੋ ਉਹਨਾਂ ਦੀ ਨਿਪੁੰਨਤਾ ਸੀ। ਜੀ ਬਿਲਕੁਲ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋ ਪਰਵਰਿਸ਼ ਅਤੇ ਜੋ ਸਿੱਖਿਆ ਹੋਈ, ਉਹ ਗੁਰੂ ਅਰਜਨ ਦੇਵ ਜੀ ਦੀ ਦੇਖ ਰੇਖ ਹੇਠ ਹੋਈ। ਗੁਰੂ ਅਰਜਨ ਦੇਵ ਪਾਤਸ਼ਾਹ ਪੰਜਵੇਂ ਗੁਰੂ ਜੀ ਨੇ ਉਸ ਵਕਤ ਜਿਹੜੇ ਸਭ ਤੋਂ ਪ੍ਰਮੁੱਖ ਅਤੇ ਉੱਚਤਮ ਚੋਟੀ ਦੇ ਜੋ ਸਿੱਖ ਸਨ, ਬਾਬਾ ਬੁੱਢਾ ਜੀ, ਜਿਨ੍ਹਾਂ ਦੀ ਉਸ ਵਕਤ ਉਮਰ 98 ਸਾਲ ਇਤਿਹਾਸ ਵਿੱਚ ਲਿਖੀ ਹੈ, ਕਿ ਉਹਨਾਂ ਦੀ ਡਿਊਟੀ ਲਗਾਈ ਕਿ ਆਪਣੇ ਇਸ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਿੱਦਿਆ, ਗੁਰਬਾਣੀ ਦੀ ਸੰਥਿਆ, ਸ਼ਸਤਰ ਦੀ ਵਿੱਦਿਆ ਸਾਰੀ ਇਹਨਾਂ ਨੂੰ ਕਰਾਈ ਜਾਵੇ। ਸਭ ਤੋਂ ਪਹਿਲਾਂ ਤਾਂ ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਨਾਲ ਬਹੁਤ ਗੂੜਾ ਸੰਬੰਧ ਹੈ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਜੋ ਹੁੰਦਾ ਹੈ, ਉਹ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਜੀ ਪਾਸ ਭੇਜਿਆ ਸੀ, ਅਤੇ ਬਾਬਾ ਬੁੱਢਾ ਜੀ ਦੀ ਅਰਦਾਸ ਦੇ ਕਾਰਨ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਇੱਥੋਂ ਤੱਕ ਕਿ ਇਤਿਹਾਸਕਾਰ ਕਈ ਲਿਖਦੇ ਹਨ ਕਿ ਉਹਨਾਂ ਦਾ ਨਾਮ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਰੱਖਿਆ। ਅਤੇ ਵਿੱਦਿਆ, ਗੁਰਬਾਣੀ ਅਤੇ ਸ਼ਸਤਰਾਂ ਦੀ ਸਿੱਖਿਆ ਜਿਹੜੀ ਹੈ, ਸਿਖਲਾਈ ਜਿਹੜੀ ਹੈ, ਇਹ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਹੀ ਕੀਤੀ ਸੀਗੀ। ਔਰ ਨਾਲ ਨਾਲ ਭਾਈ ਗੁਰਦਾਸ ਜੀ ਦੀ ਵੀ ਡਿਊਟੀ ਲੱਗੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਿਖਲਾਈ ਦਿੱਤੀ ਜਾਵੇ, ਗੁਰਬਾਣੀ ਸਿਖਾਈ ਜਾਵੇ। ਅਤੇ ਇਹ ਸਾਰੀ ਸਿੱਖਿਆ ਜਿਹੜੀ ਹੈ, ਇਹ ਰਾਜਨੀਤੀ ਸ਼ਾਸਤਰ, ਸ਼ਸਤਰਾਂ ਦੀ ਵਿੱਦਿਆ, ਗ੍ਰੰਥਾਂ ਦਾ ਗਿਆਨ, ਗੁਰਬਾਣੀ ਦਾ ਗਿਆਨ, ਇਹ ਬਾਬਾ ਬੁੱਢਾ ਜੀ ਤੋਂ ਮਿਲਿਆ। ਨਾਲ ਹੀ ਨਾਲ ਗੁਰੂ ਸਾਹਿਬਾਂ ਨੇ ਹੋਰਨਾਂ ਸਿੱਖਾਂ ਦੀਆਂ ਵੀ ਡਿਊਟੀ ਲਗਾਈਆਂ। ਭਾਈ ਜੇਠਾ ਜੀ ਤੋਂ ਉਹਨਾਂ ਨੇ ਜੰਗ ਅਤੇ ਯੁੱਧ ਦੀ ਵਿੱਦਿਆ ਹਾਸਲ ਕੀਤੀ। ਭਾਈ ਪਰਾਗਾ ਜੀ ਤੋਂ ਸ਼ਸਤਰ ਚਲਾਉਣ ਦੀ ਵਿੱਦਿਆ ਲਈ। ਔਰ ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਇਹ ਸਾਰੀ ਸਿੱਖਿਆ ਦੇ ਸਦਕਾ ਹੀ ਗੁਰੂ ਸਾਹਿਬ ਜੋ ਇੱਕ ਪਰਪੱਕ ਯੋਧੇ ਬਣੇ। ਗੁਰੂ ਅਰਜਨ ਦੇਵ ਜੀ ਦੀ ਕਿਰਪਾ ਪੂਰੀ ਉਹਨਾਂ ਦੇ ਉੱਪਰ ਸੀ। ਬਾਬਾ ਬੁੱਢਾ ਜੀ ਵਰਗੇ ਜੋ ਗੁਰਸਿੱਖ, ਜੋ ਬ੍ਰਹਮ ਗਿਆਨੀ, ਉਹਨਾਂ ਦਾ ਸਿਰ 'ਤੇ ਹੱਥ ਸੀ। ਤਾਂ ਇਸੇ ਕਿਰਪਾ ਸਦਕਾ ਹੀ ਹਰਗੋਬਿੰਦ ਸਾਹਿਬ ਜੀ ਅੱਗੇ ਆਉਣ ਵਾਲੀਆਂ ਜਿਹੜੀਆਂ ਮੁਸ਼ਕਿਲਾਂ ਅਤੇ ਦਿੱਕਤਾਂ ਦਾ ਸਾਹਮਣਾ ਕਰ ਪਾਏ। ਇਹ ਸਾਰੀ ਬਖਸ਼ਿਸ਼ ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਜੀ ਦੀ ਉਹਨਾਂ 'ਤੇ ਸੀਗੀ। ਸਤਸੰਗ ਜੀ, ਇੱਕ ਨਾ ਬਹੁਤ ਵੱਡਾ ਲੇਖਕ ਹੋਇਆ ਹੈ, ਉਹਦਾ ਨਾਮ ਹੈ ਸਾਧੂ TL ਵਾਸਵਾਨੀ। ਉਸਨੇ ਇੱਕ ਬੜੀ ਅਜੀਬ ਜੀ ਕੋਟੇਸ਼ਨ ਲਿਖੀ ਹੈ। ਉਹਦੀ ਕੋਟੇਸ਼ਨ ਇਹ ਹੈ ਇਤਿਹਾਸ ਦੇ ਵਿੱਚ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਭਗਤੀ ਵਾਲਾ ਬਾਗ ਸੀਗਾ, ਚਮਨ ਸੀਗਾ, ਉਸ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੌਜੀ ਰੁੱਖੀ ਸੁੱਖੀ ਛਾਉਣੀ ਦੇ ਵਿੱਚ ਬਦਲ ਦਿੱਤਾ। ਇਹ ਉਸ ਦੇ ਵਿੱਚ ਜਿਸ ਤਰ੍ਹਾਂ ਕੋਟ ਕੀਤਾ ਹੈ। ਪਰੰਤੂ ਇਸ ਤੋਂ ਉਲਟ ਦੂਸਰਾ ਇੱਕ ਹੋਰ ਲੇਖਕ ਹੋਇਆ ਜਿਸ ਦਾ ਨਾਮ ਹੈ ਡਾਕਟਰ ਹਰੀ ਰਾਮ ਗੁਪਤਾ। ਉਹ ਕਹਿੰਦਾ ਨਹੀਂ,
TL ਵਾਸਵਾਨੀ ਨੇ ਜੋ ਲਿਖਿਆ ਇਹ ਗਲਤ ਲਿਖਿਆ ਹੈ। ਐਕਚੁਅਲੀ ਜੋ ਤਲਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥ ਵਿੱਚ ਨਜ਼ਰ ਆਉਂਦੀ ਹੈ, ਉਸ ਤਲਵਾਰ ਦਾ ਫੌਲਾਦ ਗੁਰੂ ਨਾਨਕ ਦੇਵ ਜੀ ਨੇ ਹੀ ਤਿਆਰ ਕਰ ਦਿੱਤਾ ਸੀ। ਤੇ ਹੁਣ ਅਸੀਂ ਇਹ ਦੇਖਦੇ ਹਾਂ ਕਿ ਇਹ ਤਲਵਾਰ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲੀ ਮੀਰੀ ਤੇ ਪੀਰੀ ਦੀ ਜੋ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ, ਉਸ ਦੇ ਹਾਲਾਤ ਕਿਸ ਤਰ੍ਹਾਂ ਬਣੇ, ਕਿਉਂ ਉਹ ਚੀਜ਼ਾਂ ਜ਼ਰੂਰੀ ਸੀ ਕਿ ਖਾਲਸਿਆਂ ਨੂੰ ਭਗਤੀ ਦੇ ਨਾਲ ਸ਼ਕਤੀ ਔਰ ਗਿਆਨ ਦੀ ਕਿਤਾਬ ਦੇ ਨਾਲ ਤਲਵਾਰ ਵੀ ਜਿਹੜੀ ਹੈ ਉਹ ਉਠਾਉਣੀ ਪਈ, ਉਹ ਕਿਹੜੇ ਹਾਲਾਤ ਸਨ, ਕਿਸ ਤਰ੍ਹਾਂ ਦੀਆਂ ਉਹ ਸਿਚੁਏਸ਼ਨ ਸਨ, ਉਹਨਾਂ ਸਾਰਿਆਂ 'ਤੇ ਵੀ ਸੰਗਤ ਨੂੰ ਜਾਣਕਾਰੀ ਦਿਓ। ਬਿਲਕੁਲ ਜੀ, ਇਹ ਬਹੁਤ ਜ਼ਰੂਰੀ ਹੈ ਜਾਣਨਾ ਸਾਡੇ ਸਾਰਿਆਂ ਵਾਸਤੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਨੂੰ ਮੀਰੀ ਪੀਰੀ ਦੇ ਮਾਲਕ ਕਿਹਾ ਜਾਂਦਾ ਹੈ, ਤੇ ਮੀਰੀ ਪੀਰੀ ਗੁਰੂ ਸਾਹਿਬਾਂ ਨੇ ਕਿਉਂ ਪਹਿਨੀਆਂ। ਇਤਿਹਾਸ ਵਾਚਨ ਤੋਂ ਇਹ ਪਤਾ ਚੱਲਦਾ ਹੈ ਕਿ ਜਿੰਨੀ ਦੇਰ ਤੱਕ ਦਿੱਲੀ ਦੇ ਤਖਤ ਤੱਕ ਤੇ ਅਕਬਰ ਬਾਦਸ਼ਾਹ ਦਾ ਰਾਜ ਸੀ, ਅਕਬਰ ਨੇ ਦੀਨੇ ਇਲਾਹੀ ਜਿਹੜਾ ਧਰਮ ਸੀ ਉਹ ਚਲਾਇਆ ਸੀ, ਉਹ ਸਾਰੇ ਧਰਮਾਂ ਦੀ ਕਰਦਾ ਸੀਗਾ, ਸਤਿਕਾਰ ਕਰਦਾ ਸੀ, ਤੇ ਉਸਨੇ ਸਾਰੇ ਧਰਮਾਂ ਨੂੰ ਪ੍ਰਫੁੱਲਿਤ ਕਰਨ ਦਾ ਮੌਕਾ ਵੀ ਦਿੱਤਾ। ਕਈਆਂ ਵਿਰੋਧੀਆਂ ਨੇ ਅਕਬਰ ਦੇ ਕੰਨ ਵੀ ਭਰੇ ਗੁਰੂ ਅਰਜਨ ਦੇਵ ਜੀ ਬਾਰੇ, ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ, ਪਰ ਉਸਨੇ ਇਹ ਕਿਹਾ ਕਿ ਇਹ ਜੋ ਗੁਰੂ ਗ੍ਰੰਥ ਸਾਹਿਬ ਤਿਆਰ ਹੋ ਰਿਹਾ ਹੈ, ਉਸਨੇ ਆਪਣੀ ਇੱਕ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਯਹ ਗ੍ਰੰਥ ਤਜੀਮ ਕੇ ਲਾਇਕ ਹੈ, ਕਿ ਇਹ ਤਜੀਮ ਸਿਖਾਉਂਦਾ ਹੈ ਸਾਨੂੰ, ਇਹ ਗ੍ਰੰਥ ਸਾਡਾ ਮਾਰਗਦਰਸ਼ਕ ਹੈ। ਪਰ ਜਦੋਂ ਅਕਬਰ ਤੋਂ ਬਾਅਦ ਜਹਾਂਗੀਰ ਬਾਦਸ਼ਾਹ ਗੁਰਗੱਦੀ 'ਤੇ ਆਪਣੀ ਗੱਦੀ 'ਤੇ ਬੈਠਦਾ ਹੈ, ਅਤੇ ਉਸਨੇ ਸਭ ਤੋਂ ਪਹਿਲਾਂ ਜਦੋਂ ਇਸ ਦੇ ਕੋਲ ਮੰਤਰੀਆਂ ਨੇ, ਉਸ ਦੇ ਚੁਗਲਖੋਰਾਂ ਨੇ, ਵਿਰੋਧੀਆਂ ਨੇ ਗੁਰੂ ਸਾਹਿਬਾਂ ਬਾਰੇ, ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ, ਗੁਰੂ ਅਰਜਨ ਦੇਵ ਜੀ ਬਾਰੇ ਦੱਸਿਆ, ਅਤੇ ਉਸ ਦੇ ਮਨ 'ਚ ਉਦੋਂ ਹੀ ਇਹ ਗੱਲ ਆ ਗਈ ਕਿ ਕਿਉਂ ਨਾ ਗੁਰੂ ਅਰਜਨ ਦੇਵ ਜੀ ਨੂੰ ਜਾਂ ਤਾਂ ਆਪਣੇ ਇਸਲਾਮ ਧਰਮ ਦੇ ਦਾਇਰੇ 'ਚ ਲਿਆਂਦਾ ਜਾਵੇ ਜਾਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ। ਅਤੇ ਉਸਨੇ ਸ਼ਹੀਦੀ ਕਰਵਾਉਣ ਲਈ ਉਦੋਂ ਤੋਂ ਹੀ ਵਿਉਂਤਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ। ਅਤੇ ਇਤਿਹਾਸ ਤੋਂ ਇਹ ਪਤਾ ਚੱਲਦਾ ਹੈ ਕਿ ਲਾਹੌਰ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਹੁੰਦੀ ਹੈ। 5 ਦਿਨ ਲਗਾਤਾਰ ਤਸੀਹੇ ਦੇਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਰਾਵੀ ਦੇ ਕੰਢੇ, ਰਾਵੀ ਦੇ ਕਿਨਾਰੇ 'ਤੇ ਹੀ ਸ਼ਹਾਦਤ ਹੋ ਜਾਂਦੀ ਹੈ। ਅਤੇ ਉਸ ਵਕਤ ਗੁਰੂ ਸਾਹਿਬਾਂ ਨੇ, ਗੁਰੂ ਅਰਜਨ ਦੇਵ ਜੀ ਨੇ ਇਹ ਫਰਮਾਇਆ ਸੀ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਅਤੇ ਨਾਲ ਇੱਕ ਹੋਰ ਤੁਕ ਇਹ ਕਹੀ ਸੀ ਕਿ ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ ਜੀ। ਅਤੇ ਇਹ ਵਡਿਆਈ ਗੁਰੂ ਅਰਜਨ ਦੇਵ ਜਿਹੜੇ 5ਵੇਂ ਗੁਰੂ ਨਾਨਕ ਸਨ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਹੋਰ ਜ਼ਿਆਦਾ ਹੋ ਗਈ। ਜਦੋਂ ਲੋਕਾਂ ਨੂੰ ਇਹ ਪਤਾ ਚੱਲਿਆ ਕਿ ਇੱਕ ਸੰਤ ਮਹਾਂਪੁਰਖ ਨੂੰ ਬਿਨਾਂ ਕਾਰਨ ਸ਼ਹੀਦ ਕਰ ਦਿੱਤਾ ਗਿਆ ਹੈ, ਅਤੇ ਉਹਨਾਂ ਦੇ ਵਿੱਚ ਰੋਸ ਆਇਆ। ਇਹ ਵਡਿਆਈ, ਇਹ ਪ੍ਰਸ਼ੰਸਾ ਦੂਰ ਦੂਰ ਤੱਕ ਫੈਲੀ। ਜੋ ਜਹਾਂਗੀਰ ਗੁਰੂ ਸਾਹਿਬਾਂ ਦੇ ਉੱਤੇ, ਸਿੱਖਾਂ ਦੇ ਉੱਤੇ ਜ਼ੁਲਮ ਕਰ ਰਿਹਾ ਸੀ, ਉਹ ਰੁਕ ਗਿਆ ਅਤੇ ਡਰ ਗਿਆ ਜੀ। ਇਸ ਤੋਂ ਅਗਲੀ ਗੱਲ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਇਹ ਦੇਖਿਆ ਕਿ ਪਹਿਲੇ ਗੁਰੂ ਨਾਨਕ ਤੋਂ ਲੈ ਕੇ 5ਵੇਂ ਗੁਰੂ ਨਾਨਕ ਤੱਕ ਸੰਤ ਸਰੂਪ ਚੱਲਦਾ ਆਇਆ, ਅਤੇ ਹੁਣ ਕੁਛ ਅੱਗੇ ਬਦਲਾਅ ਕਰਨਾ ਬਹੁਤ ਜ਼ਰੂਰੀ ਹੈ। ਅਤੇ ਉਹਨਾਂ ਨੇ ਬਦਲਾਅ ਦੇ ਨੂੰ ਵੇਖਦਿਆਂ ਹੋਇਆਂ ਮਨ 'ਚ ਅਤੇ ਸੰਗਤਾਂ ਦੇ ਨਾਲ 2 ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਕਿਹਾ ਕਿ ਜ਼ਬਰ ਅਤੇ ਜ਼ੁਲਮ ਦਾ ਟਾਕਰਾ ਹੁਣ ਅਸੀਂ ਕਰਾਂਗੇ ਜੀ। ਜਿਹੜਾ ਜ਼ਬਰ ਤੇ ਜ਼ੁਲਮ ਸਹਿੰਦਾ ਹੈ ਉਹ ਪਾਪੀ ਹੈ। ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਬੁਲਵਾਇਆ, ਸਾਰੀ ਸੰਗਤ ਦੇ ਸਾਹਮਣੇ ਸਨਮੁਖ ਹੋ ਕੇ ਇਹ ਕਿਹਾ ਕਿ ਹੁਣ ਧਾਰਮਿਕਤਾ ਦੇ ਨਾਲ ਰਾਜਨੀਤੀ ਦੇ ਉੱਤੇ ਵੀ ਅਸੀਂ ਕਾਬਜ਼ ਹੋਵਾਂਗੇ। ਧਾਰਮਿਕ ਸ਼ਕਤੀ ਤੇ ਸੰਤ ਸਰੂਪ ਤੇ ਭਗਤੀ ਪਹਿਲਾਂ ਚੱਲਦੀ ਰਹੀ ਹੈ, ਪਰ ਹੁਣ ਨਾਲ ਅਸੀਂ ਰਾਜਨੀਤਿਕ ਸ਼ਕਤੀ 'ਤੇ ਵੀ ਆਪਣਾ ਪਰਚਮ ਲਹਿਰਾਵਾਂਗੇ। ਬਾਬਾ ਬੁੱਢਾ ਜੀ ਨੇ ਕਿਹਾ, ਅਤੇ ਫਿਰ ਇਸ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਸਾਨੂੰ ਸਭ ਤੋਂ ਪਹਿਲਾਂ ਕਿਰਪਾਨ ਪਹਿਨਾਈ ਜਾਏ। ਇਤਿਹਾਸਕਾਰ ਬਹੁਤ ਕੁਝ ਲਿਖਦੇ ਹਨ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਕਿਰਪਾਨ ਪਹਿਨਾਈ ਅਤੇ ਉਲਟੀ ਸਾਈਡ ਪਹਿਨਾਈ ਗਈ, ਪਰ ਇਹ ਸਭ ਕੁਝ ਪਹਿਲਾਂ ਹੀ ਹੋਣਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ 2 ਕਿਰਪਾਨਾਂ ਮੀਰੀ ਅਤੇ ਪੀਰੀ ਦੀਆਂ ਪਹਿਨੀਆਂ, 2 ਤਲਵਾਰਾਂ। ਇਹਦੇ ਵਿੱਚ ਢਾਡੀਵਾਰਾਂ ਵਾਲੇ ਲਿਖਦੇ ਹਨ, 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਅਤੇ ਗੁਰੂ ਸਾਹਿਬਾਂ ਨੇ ਇਹ ਦੱਸਿਆ ਕਿ ਮੀਰੀ ਜਿਹੜੀ ਹੈ ਇਹ ਰਾਜਨੀਤਿਕ ਸ਼ਕਤੀ ਹੈ। ਹੁਣ ਅਸੀਂ ਵੀ ਰਾਜਿਆਂ ਦੀ ਤਰ੍ਹਾਂ ਬੈਠਾਂਗੇ, ਅਸੀਂ ਵੀ ਕਲਗੀ ਲਗਾਵਾਂਗੇ, ਅਸੀਂ ਵੀ ਦਰਬਾਰ ਸਜਾਵਾਂਗੇ, ਅਸੀਂ ਵੀ ਮੰਤਰੀ ਰੱਖਾਂਗੇ, ਅਸੀਂ ਵੀ ਫੌਜ ਤਿਆਰ ਕਰਾਂਗੇ। ਜੇ ਕੋਈ ਸਾਨੂੰ ਬਿਨਾਂ ਵਜ੍ਹਾ ਤੰਗ ਕਰੇਗਾ, ਅਸੀਂ ਉਸ ਜ਼ਬਰ ਅਤੇ ਜ਼ੁਲਮ ਦਾ ਟਾਕਰਾ ਕਰਾਂਗੇ। ਪੀਰੀ ਦਾ ਭਾਵ ਗੁਰੂ ਜੀ ਨੇ ਇਹ ਕਿਹਾ ਕਿ ਪੀਰੀ ਜੋ ਗੁਰੂ ਨਾਨਕ ਸਾਹਿਬ ਵੱਲੋਂ ਚਲਾਈ ਜੋ ਸੰਤ
ਗੀਰੀ ਹੈ, ਜੋ ਸੰਤ ਸਰੂਪ, ਜੋ ਭਗਤੀ ਭਾਵ ਹੈ, ਜੋ ਪ੍ਰਭੂ ਪਿਆਰ ਵਾਲੀ ਗੱਲ, ਉਹ ਤੇ ਹਮੇਸ਼ਾ ਨਾਲ ਹੀ ਰਹੇਗੀ। ਪਰ ਮੀਰੀ ਅਸੀਂ 2 ਤਲਵਾਰਾਂ ਪਹਿਨਾਂਗੇ ਤੇ ਰਾਜਿਆਂ ਦੀ ਤਰ੍ਹਾਂ ਰਾਜ ਕਰਾਂਗੇ। ਤੇ ਗੁਰੂ ਸਾਹਿਬਾਂ ਨੇ ਭਗਤੀ ਤੇ ਸ਼ਕਤੀ ਦੋਨੋਂ ਇੱਕ ਜਗ੍ਹਾ ਇਕੱਠੀਆਂ ਕਰ ਦਿੱਤੀਆਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਾਹਿਬ ਦੀ ਸਾਜਨਾ ਕੀਤੀ ਤੇ ਇਹ ਕਿਹਾ ਕਿ ਰਾਜਨੀਤਿਕ ਸਾਡੇ ਮਸਲੇ ਜਿਹੜੇ ਹਨ ਉਹ ਅਕਾਲ ਤਖਤ ਸਾਹਿਬ 'ਤੇ ਹੀ ਅਸੀਂ ਵਿਚਾਰਾਂਗੇ, ਤੇ ਜੇ ਕਿਸੇ ਨੇ ਸਾਨੂੰ ਬਿਨਾਂ ਕਾਰਨ ਅਕਾਰਨ ਤੰਗ ਕੀਤਾ ਤੇ ਅਸੀਂ ਉਸ ਜ਼ਬਰ ਤੇ ਜ਼ੁਲਮ ਦਾ ਸਾਹਮਣਾ ਵੀ ਕਰਾਂਗੇ। ਇਹ ਜੋਸ਼ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ 'ਚ ਭਰ ਦਿੱਤਾ ਸੀ। ਬਹੁਤ ਹੀ ਸੋਹਣੀ ਗੱਲ ਹੈ, ਕਿਉਂਕਿ ਜਿਹੜੀ ਕੌਮ ਦੇ ਕੋਲ ਆਪਣੇ ਡਿਸੀਜ਼ਨ ਆਪ ਲੈਣ ਦੀ ਸਮਰੱਥਾ ਨਹੀਂ ਹੁੰਦੀ, ਆਜ਼ਾਦੀ ਨਹੀਂ ਹੁੰਦੀ, ਉਹ ਕੌਮ ਕਦੇ ਵੀ ਅੱਗੇ ਨਹੀਂ ਵੱਧ ਸਕਦੀ, ਉਹ ਇਨਸਾਨ ਵੀ ਕਦੀ ਅੱਗੇ ਨਹੀਂ ਵੱਧ ਸਕਦਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਆਜ਼ਾਦੀ ਦਿੱਤੀ ਹੈ। ਇੱਥੇ ਮੈਂ ਥੋੜ੍ਹਾ ਜਿਹਾ ਇਹ ਦੱਸ ਦੇਵਾਂ ਕਿ ਉਸ ਵੇਲੇ ਮੁਗਲਾਂ ਵੱਲੋਂ ਕੁਝ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਸੀ ਕਿ ਸਿਰਫ ਪੱਗ ਇਹ ਮੁਗਲ ਹੀ ਬੰਨ੍ਹ ਸਕਦੇ ਆ, ਦੂਸਰਾ ਪੱਗ ਨਹੀਂ ਬੰਨ੍ਹ ਸਕਦਾ। ਇਹ ਦਾੜੀ ਸਿਰਫ ਮੁਗਲ ਹੀ ਰੱਖ ਸਕਦਾ ਹੈ, ਹੋਰ ਕਿਸੇ ਨੂੰ ਦਾੜੀ ਰੱਖਣ ਦਾ ਅਧਿਕਾਰ ਨਹੀਂ ਸੀ। ਕਿਰਪਾਨ ਮੁਗਲ ਪਹਿਨ ਸਕਦਾ ਸੀ, ਹੋਰ ਕਿਸੇ ਨੂੰ ਕਿਰਪਾਨ ਪਹਿਨਣ ਦਾ ਅਧਿਕਾਰ ਨਹੀਂ ਸੀ। ਘੋੜੇ 'ਤੇ ਸਿਰਫ ਮੁਗਲ ਸਵਾਰ ਹੋ ਸਕਦਾ ਸੀ, ਹੋਰ ਕਿਸੇ ਨੂੰ ਘੋੜੇ 'ਤੇ ਸਵਾਰ ਹੋਣ ਦਾ ਅਧਿਕਾਰ ਨਹੀਂ ਸੀ। ਬਾਜ ਸਿਰਫ ਬਾਦਸ਼ਾਹ ਰੱਖ ਸਕਦਾ ਸੀ, ਹੋਰ ਕਿਸੇ ਨੂੰ ਬਾਜ ਰੱਖਣ ਦਾ ਅਧਿਕਾਰ ਨਹੀਂ ਸੀ। ਪਰੰਤੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਸਭ ਕੁਝ ਕਰਕੇ ਦੱਸ ਦਿੱਤਾ ਕਿ ਅਸੀਂ ਹੁਣ ਕਿਸੇ ਵੀ ਦੁਨਿਆਵੀ ਬਾਦਸ਼ਾਹ ਦੀ ਪਰਵਾਹ ਨਹੀਂ ਕਰਦੇ, ਅਸੀਂ ਆਪਣੇ ਬਾਦਸ਼ਾਹ ਆਪ ਹਾਂ, ਆਪਣੇ ਫੈਸਲੇ ਆਪ ਲਵਾਂਗੇ ਔਰ ਹੁਣ ਇੱਥੇ ਜ਼ਬਰ ਤੇ ਜ਼ੁਲਮ ਨਹੀਂ ਰਹਿਣ ਦਿੱਤਾ ਜਾਏਗਾ। ਤੇ ਜਦੋਂ ਇਹ ਅਸੀਂ ਗੱਲ ਕਰਦੇ ਹਾਂ, ਹੁਣ ਇਹ ਸਾਰੀਆਂ ਚੀਜ਼ਾਂ ਆ ਗਈਆਂ, ਇਹਦਾ ਮਤਲਬ ਕਿ ਹੁਣ ਜਹਾਂਗੀਰ ਦੇ ਨਾਲ ਸਿੱਧੀਆਂ ਝੜਪਾਂ ਹੋਣਾ, ਟੱਕਰਾਂ ਹੋਣੀਆਂ ਜ਼ਰੂਰੀ ਸੀ, ਕਿਉਂਕਿ ਇੱਕ ਬਾਦਸ਼ਾਹ ਕਦੇ ਨਹੀਂ ਚਾਹੁੰਦਾ ਕਿ ਕੋਈ ਦੂਸਰਾ ਮੇਰੇ ਬਰਾਬਰ ਉਸ ਸਟੇਟਸ 'ਤੇ ਪਹੁੰਚੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਹੈ ਜਿਹੜੇ, ਉਹਨਾਂ ਨੂੰ ਜਿਸ ਤਰ੍ਹਾਂ ਅਸੀਂ ਦੇਖ ਹੀ ਲਿਆ, ਉਹ ਕਹਿ ਦਿੱਤਾ ਕਿ ਤੇਰੀ ਜੋ ਪੱਗ ਹੈ ਢਾਡੀ, ਕਹਿੰਦੇ ਸੀ ਉਹ ਜਹਾਂਗੀਰ ਦੀ ਪੱਗ ਨਾਲੋਂ ਕਿਤੇ ਉੱਚੀ ਹੈ। ਤੇ ਹੁਣ ਇਹ ਜਹਾਂਗੀਰ ਦੇ ਨਾਲ ਜੋ ਟੱਕਰਾਂ ਹੁੰਦੀਆਂ ਨੇ, ਜੋ ਗਵਾਲੀਅਰ ਦੇ ਕਿਲੇ ਦੇ ਵਿੱਚ ਜਾ ਕੇ ਸਤਿਗੁਰਾਂ ਨੂੰ ਬੰਦ ਕੀਤਾ ਜਾਂਦਾ ਹੈ, ਉਹ ਸਾਰੇ ਫਿਰ ਬੰਦੀ ਛੋੜ ਸਤਿਗੁਰਾਂ ਦੇ ਨਾਲ ਜੋ ਜੁੜਦਾ, ਇਹ ਸਾਰੇ ਦਾ ਸਾਰਾ ਘਟਨਾਕ੍ਰਮ ਸੀ। ਦੇਖੋ ਜੀ, ਜਿਹੜਾ ਬਾਦਸ਼ਾਹ ਜਹਾਂਗੀਰ ਸੀ, ਇਸ ਦੇ ਵਜ਼ੀਰ ਬਹੁਤ ਸਨ। ਆਪਣੇ ਵਜ਼ੀਰਾਂ ਦੀ ਵੀ ਇਹ ਬਹੁਤ ਮੰਨਦਾ ਸੀ। 2 ਵਜ਼ੀਰਾਂ ਦਾ ਨਾਮ ਇਤਿਹਾਸ 'ਚ ਆਉਂਦਾ ਹੈ, ਗੁੰਚਾ ਬੇਗ ਤੇ ਵਜ਼ੀਰ ਖਾਨ। ਇਹਨਾਂ ਦੋਨਾਂ ਨੇ ਸਲਾਹ ਇਹ ਦਿੱਤੀ ਕਿ ਜਹਾਂਗੀਰ ਬਾਦਸ਼ਾਹ, ਤੁਸੀਂ ਪਹਿਲਾਂ ਹੀ ਇੱਕ ਸੰਤ, ਇੱਕ ਬ੍ਰਹਮ ਗਿਆਨੀ, ਇੱਕ ਮਹਾਂਪੁਰਖ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਕਰ ਚੁੱਕੇ ਹੋ। ਹੁਣ ਤੁਸੀਂ ਇਹਨਾਂ ਸਿੱਖਾਂ ਦੇ ਨਾਲ, ਗੁਰੂਆਂ ਦੇ ਨਾਲ ਮੱਥਾ ਨਾ ਲਾਓ। ਅਗਰ ਤੁਸੀਂ ਮੱਥਾ ਲਾਇਆ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਜੇ ਤੁਸੀਂ ਇਹਨਾਂ ਦੇ ਨਾਲ ਕਿਸੇ ਤਰ੍ਹਾਂ ਵੀ ਟੱਕਰ ਲਓਗੇ ਤਾਂ ਇਹ ਬਹੁਤ ਵੱਡਾ ਪਾਪ ਹੈ ਜੀ। ਵਜ਼ੀਰ ਖਾਨ ਨੇ ਆਪਣੇ ਵਜ਼ੀਰਾਂ ਦੀ ਗੱਲ ਮੰਨੀ, ਕਿਉਂਕਿ ਜਿਹੜੇ ਬਾਦਸ਼ਾਹ ਹੁੰਦੇ ਉਹ ਕੰਨਾਂ ਦੇ ਕੱਚੇ ਹੁੰਦੇ ਹਨ। ਜਿਵੇਂ ਉਹਨਾਂ ਦੇ ਕੰਨ ਭਰੇ ਜਾਣ ਉਸੇ ਤਰ੍ਹਾਂ ਹੀ ਕਰਨ ਲੱਗ ਜਾਂਦੇ ਹਨ। ਵਜ਼ੀਰ ਖਾਨ ਨੇ ਦੀ ਗੱਲ ਸੁਣ ਕੇ ਜਿਹੜਾ ਆਪਣਾ ਜਹਾਂਗੀਰ ਸੀ, ਉਸਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੱਦਾ ਦਿੱਤਾ। ਵਜ਼ੀਰ ਖਾਨ ਸੱਦਾ ਲੈ ਕੇ ਅੰਮ੍ਰਿਤਸਰ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਜਾਂਦਾ ਹੈ ਤੇ ਉਹਨਾਂ ਨੂੰ ਆਗਰੇ ਬੁਲਵਾਇਆ ਜਾਂਦਾ ਹੈ। ਕਹਿੰਦੇ ਹਨ ਕਿ ਆਪ ਜੀ ਨਾਲ ਜਹਾਂਗੀਰ ਬਾਦਸ਼ਾਹ ਗੱਲਬਾਤ ਕਰਨਾ ਚਾਹੁੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਗੰਗਾ ਜੀ ਨਾਲ, ਬਾਬਾ ਬੁੱਢਾ ਜੀ ਨਾਲ ਤੇ ਭਾਈ ਗੁਰਦਾਸ ਜੀ ਨਾਲ ਵਿਚਾਰ ਕਰਦੇ ਹਨ ਤੇ ਕਹਿੰਦੇ ਹਨ ਕਿ ਕੀ ਸਾਨੂੰ ਉੱਥੇ ਆਗਰੇ ਜਾਣਾ ਚਾਹੀਦਾ ਹੈ। ਸਾਰਿਆਂ ਦੀ ਸਲਾਹ ਦੇ ਨਾਲ ਗੁਰੂ ਸਾਹਿਬ ਆਗਰਾ ਜਾਣ ਲਈ ਤਿਆਰ ਹੁੰਦੇ ਹਨ। ਗੁਰੂ ਸਾਹਿਬ ਕਹਿੰਦੇ ਹਨ ਕਿ ਸ਼ਾਇਦ ਉੱਥੇ ਵੀ ਕਿਸੇ ਦਾ ਭਲਾ ਕਿਉਂ ਨਾ ਕਰਨਾ ਹੋਵੇ, ਅਸੀਂ ਜਾਵਾਂਗੇ ਜ਼ਰੂਰ। ਆਗਰੇ ਪਹੁੰਚਦੇ ਹਨ। ਆਗਰੇ ਜਾਣ ਲਈ ਗੁਰੂ ਸਾਹਿਬ ਕੁਰੂਕਸ਼ੇਤਰ, ਮਜਨੂ ਕਾ ਟਿੱਲਾ, ਦਿੱਲੀ ਤੋਂ ਘੁੰਮਦੇ ਘੁਮਾਉਂਦੇ ਹੋਏ ਆਗਰੇ ਪਹੁੰਚਦੇ ਹਨ ਜੀ। ਉੱਥੇ ਜਾ ਕੇ ਜਦੋਂ ਵਜ਼ੀਰ ਜਹਾਂਗੀਰ ਬਾਦਸ਼ਾਹ ਨਾਲ ਮੁਲਾਕਾਤ ਹੁੰਦੀ ਹੈ ਤੇ ਸਿਧਾਂਤਕ ਪੱਖ ਜਿਹੜੇ ਨੇ ਗੁਰੂ ਸਾਹਿਬਾਂ ਦੇ ਕੁਝ ਹੋਰ ਸਨ ਤੇ ਜਹਾਂਗੀਰ ਦੇ ਕੁਝ ਹੋਰ ਸਨ। ਤੇ ਜਹਾਂਗੀਰ ਕਿਸੇ ਕਾਰਨ ਨਾਰਾਜ਼ ਹੋ ਗਿਆ ਤੇ ਉਸਨੇ ਗੁਰੂ ਜੀ ਨੂੰ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ ਜੀ। ਔਰ ਹੁਕਮ ਇਹ ਦਿੱਤਾ ਕਿ 12 ਸਾਲ ਤੱਕ ਗੁਰੂ ਜੀ ਨੂੰ ਆਗਰੇ ਦਾ ਜੋ ਕਿਲ੍ਹਾ ਹੈ, ਗਵਾਲੀਅਰ ਦਾ ਜੋ ਕਿਲ੍ਹਾ ਹੈ, ਉਹਦੇ ਵਿੱਚ ਕੈਦ ਕਰ ਦਿੱਤਾ ਜਾਏ। ਗੁਰੂ ਜੀ ਨੇ ਕਿਹਾ ਕੋਈ ਗੱਲ ਨਹੀਂ, ਸ਼ਾਇਦ ਇਹੀ ਅੱਗੇ ਪ੍ਰਮਾਤਮਾ ਨੇ ਸਾਡੇ ਹਿੱਸੇ ਲਿਖਿਆ ਹੈ। ਗੁਰੂ ਸਾਹਿਬ ਜਦੋਂ ਗਵਾਲੀਅਰ ਦੇ ਕਿਲ੍ਹੇ 'ਚ ਜਾਂਦੇ ਹਨ ਤੇ ਉੱਥੇ ਜਹਾਂਗੀਰ ਬਾਦਸ਼ਾਹ ਨੇ 52 ਰਾਜੇ ਹੋਰ ਕੈਦ ਕੀਤੇ ਹੋਏ ਸਨ, ਜਿਨ੍ਹਾਂ ਨੂੰ ਛੋਟੇ ਛੋਟੇ ਰਾਜਿਆਂ ਨੂੰ ਉਹਨਾਂ ਨੇ ਜਿੱਤਿਆ ਹੋਇਆ ਸੀ। ਜਿੱਤ ਕੇ ਤੇ ਉਹਨਾਂ ਦੇ ਰਾਜ ਹੜੱਪ ਲਏ ਸਨ ਤੇ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਕੀਤਾ ਹੋਇਆ ਸੀ। ਉੱਥੇ ਉਹਨਾਂ ਦੀ ਹਾਲਤ ਬਹੁਤ
ਬੁਰੀ ਸੀ। ਖਾਣੇ ਦੀ ਹਾਲਤ, ਉਹਨਾਂ ਦੇ ਰਹਿਣ ਸਹਿਣ ਦੀ ਹਾਲਤ ਬਹੁਤ ਬੁਰੀ ਸੀ। ਗੁਰੂ ਸਾਹਿਬਾਂ ਨੇ ਸਭ ਤੋਂ ਪਹਿਲਾਂ ਇਹ ਸ਼ਰਤ ਰੱਖੀ ਕਿ ਅਸੀਂ ਇਸ ਕੈਦ 'ਚ ਜ਼ਰੂਰ ਜਾਵਾਂਗੇ, ਪਰ ਜਿੰਨੇ ਵੀ ਇਹ ਰਾਜੇ ਹਨ ਇਹਨਾਂ ਦਾ ਰਹਿਣ ਸਹਿਣ ਦਾ ਪ੍ਰਬੰਧ ਅਤੇ ਇਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਸਹੀ ਕੀਤਾ ਜਾਵੇ। ਜੀ। ਆਗਰੇ ਦੇ ਕਿਲ੍ਹੇ ਵਿੱਚ ਹੀ ਗੁਰੂ ਸਾਹਿਬਾਂ ਨੇ ਕੀਰਤਨ ਦੀਵਾਨ ਸਜਾਉਣਾ ਸ਼ੁਰੂ ਕਰ ਦਿੱਤਾ। ਉਹ ਰਾਜੇ ਜਿਹੜੇ ਉਸ ਕੈਦ ਦੇ ਵਿੱਚ ਤੜਪ ਰਹੇ ਸਨ, ਗੁਰੂ ਸਾਹਿਬਾਂ ਦੇ ਦਰਸ਼ਨ ਕਰਕੇ, ਗੁਰੂ ਸਾਹਿਬਾਂ ਦਾ ਸਤਸੰਗਤ ਸੁਣ ਕੇ, ਉਹਨਾਂ ਦੇ ਉਪਦੇਸ਼ ਸੁਣ ਕੇ, ਨਾਮ ਸਿਮਰਨ ਤੇ ਬਾਣੀ ਸੁਣ ਕੇ ਉਹ ਗੁਰੂ ਸਾਹਿਬਾਂ ਦੇ ਸਾਰੇ ਹੀ ਫੋਲੋਵਰ ਅਤੇ ਚੇਲੇ ਬਣ ਗਏ। ਜੀ। ਉਹਨਾਂ ਨੇ ਇਹ ਕਿਹਾ, ਜੀ ਗੁਰੂ ਸਾਹਿਬ ਤੁਸੀਂ ਤਾਂ ਬਹੁਤ ਕਿਰਪਾ ਕੀਤੀ ਹੈ ਸਾਡੇ 'ਤੇ, ਹੁਣ ਤੁਸੀਂ ਇੱਦਾਂ ਕਰੋ ਕਿ ਤੁਸੀਂ ਇੱਥੇ ਹੀ ਰਹੋ। ਗੁਰੂ ਸਾਹਿਬਾਂ ਨੇ ਕਿਹਾ ਕਿ ਜੋ ਹੁਕਮ ਗੁਰੂ ਦਾ, ਅਕਾਲ ਪੁਰਖ ਦਾ ਹੋਏਗਾ ਅਸੀਂ ਉਹਦੇ ਮੁਤਾਬਕ ਚੱਲਣਾ ਹੈ। ਇਹਦੇ ਦੌਰਾਨ ਕੀ ਹੁੰਦਾ ਹੈ ਕਿ ਜਹਾਂਗੀਰ ਬਾਦਸ਼ਾਹ ਨੂਰ ਜਹਾਂ ਨਾਲ ਵਿਆਹ ਕਰ ਲੈਂਦਾ ਹੈ ਜੀ। ਔਰ ਜਿਹੜੀ ਨੂਰ ਜਹਾਂ ਸੀ ਉਹ ਸਾਈਂ ਮੀਆਂ ਮੀਰ ਜੀ ਦੀ ਫੋਲੋਵਰ ਸੀ, ਉਹਨਾਂ ਨੂੰ ਮੰਨਦੀ ਸੀ, ਉਹਨਾਂ ਦੀ ਚੇਲੀ ਸੀ। ਅਤੇ ਜਦੋਂ ਨੂਰ ਜਹਾਂ ਦਾ ਵਿਆਹ ਹੁੰਦਾ ਹੈ, ਜਹਾਂਗੀਰ ਦੇ ਕੋਲ ਜਾਂਦੀ ਹੈ, ਅਤੇ ਸਾਈਂ ਮੀਆਂ ਮੀਰ ਜੀ ਦੀ ਗੁਰੂ ਅਰਜਨ ਦੇਵ ਜੀ ਨਾਲ ਬਹੁਤ ਨੇੜਤਾ ਸੀ, ਕਿਉਂਕਿ ਸਾਈਂ ਮੀਆਂ ਮੀਰ ਜੀ ਨੇ ਹੀ ਗੁਰੂ ਅਰਜਨ ਦੇਵ ਜੀ ਦੇ ਕਹਿਣ 'ਤੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ। ਅਤੇ ਸਾਈਂ ਮੀਆਂ ਮੀਰ ਜੀ ਵੀ ਬਹੁਤ ਮੰਨਦੇ ਸਨ ਗੁਰੂ ਜੀ ਨੂੰ। ਅਤੇ ਉਹਨਾਂ ਦੀ ਚੇਲੀ ਜੋ ਨੂਰ ਜਹਾਂ ਸੀ, ਉਸਨੇ ਜਹਾਂਗੀਰ ਬਾਦਸ਼ਾਹ ਆਪਣੇ ਪਤੀ ਨੂੰ ਇਹ ਕਿਹਾ ਕਿ ਤੂੰ ਇਹਨਾਂ ਅੱਲਾ ਦੇ ਪਿਆਰਿਆਂ ਦੇ ਨਾਲ ਕਿਸੇ ਤਰ੍ਹਾਂ ਵੀ ਜ਼ੁਲਮ ਅਨਿਆਂ ਨਾ ਕਰ, ਕਿਉਂਕਿ ਅੱਲਾ ਦਾ ਪਿਆਰਾ ਅੱਲਾ ਜਿਹਾ ਹੀ ਹੁੰਦਾ ਹੈ। ਇਹ ਉਸਨੇ ਇੱਕ ਤੁਕ ਲਿਖੀ ਹੈ, ਅਤੇ ਤੂੰ ਇਹਨਾਂ ਨੂੰ ਰਿਹਾ ਕਰ ਦੇ। ਹੋਰ ਵੀ ਉਸ ਦੇ ਵਜ਼ੀਰਾਂ ਨੇ ਇਹ ਸੋਚਿਆ, ਕਿਉਂਕਿ ਉਸ ਵਕਤ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੈਦ ਹੋਣ ਦੀ ਗੱਲ ਜਦੋਂ ਪੰਜਾਬ 'ਚ ਪਹੁੰਚਦੀ ਹੈ, ਅਤੇ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ ਸਿੱਖ ਲੈ ਕੇ ਗਵਾਲੀਅਰ ਵੀ ਪਹੁੰਚਦੇ ਹਨ ਜੀ। ਅਤੇ ਗੁਰੂ ਸਾਹਿਬਾਂ ਨੂੰ ਕੈਦ ਕਰਨ 'ਤੇ ਸਿੱਖਾਂ ਵਿੱਚ ਰੋਸ਼ ਵੀ ਜ਼ਿਆਦਾ ਪੈਦਾ ਹੋ ਰਿਹਾ ਸੀ। ਅਤੇ ਮੌਕੇ ਅਤੇ ਹਾਲਾਤ ਨੂੰ ਸਮਝਦਿਆਂ ਜਹਾਂਗੀਰ ਨੇ ਗੁਰੂ ਜੀ ਨੂੰ ਰਿਹਾ ਕਰਨ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਮੈਂ ਤੁਹਾਨੂੰ ਹੁਕਮ ਕਰਦਾ ਹਾਂ ਰਿਹਾ ਕਰਨ ਦਾ। ਪਰ ਉਸ ਵਕਤ ਇਹ ਹੁੰਦਾ ਹੈ, ਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਤੂੰ ਰਿਹਾ ਤਾਂ ਸਾਨੂੰ ਕਰ ਰਿਹਾ, ਪਰ ਅਸੀਂ ਤਾਂ ਬਾਹਰ ਜਾਵਾਂਗੇ ਜੇ 52 ਰਾਜਿਆਂ ਨੂੰ ਤੂੰ ਛੱਡੇਗਾ ਜੀ। ਅਤੇ ਉਸ ਵਕਤ ਉਸਨੇ ਇੱਕ ਬੜਾ ਵੱਡਾ ਸਵਾਲ ਗੁਰੂ ਜੀ ਦੇ ਸਾਹਮਣੇ ਇਹ ਪੇਸ਼ ਕਰ ਦਿੱਤਾ ਕਿ ਜੋ ਤੁਹਾਡਾ ਚੋਲਾ ਪਕੜ ਕੇ ਬਾਹਰ ਆ ਜਾਏ, ਤੁਹਾਡਾ ਚੋਗਾ ਜੋ ਤੁਸੀਂ ਪਹਿਨਦੇ ਹੋ, ਉਹਨੇ ਰਾਜਿਆਂ ਨੂੰ, ਮੈਂ ਬੰਦੀਆਂ ਨੂੰ ਛੋੜ ਦੇਵਾਂਗਾ। ਗੁਰੂ ਸਾਹਿਬਾਂ ਨੇ ਖਾਸ ਤੌਰ 'ਤੇ 52 ਕਲੀਆਂ ਵਾਲਾ ਚੋਗਾ ਸਲਵਾਇਆ, ਔਰ ਇੱਕ ਇੱਕ ਚੋਲੇ ਦੀ ਜਿਹੜੀ ਕੰਨੀ ਸੀ ਉਹ ਰਾਜਿਆਂ ਨੂੰ ਪਕੜਾ ਕੇ 52 ਦੇ 52 ਰਾਜੇ ਜਦੋਂ ਬਾਹਰ ਆਏ। ਇਹ ਗੁਰੂ ਸਾਹਿਬਾਂ ਦੀ ਸੋਚ, ਦੂਰ ਦ੍ਰਿਸ਼ਟੀ ਦੇਖ ਕੇ ਜਹਾਂਗੀਰ ਹੈਰਾਨ ਰਹਿ ਗਿਆ, ਅਤੇ ਉੱਥੇ ਗੁਰੂ ਸਾਹਿਬਾਂ ਤੋਂ ਮਾਫੀ ਵੀ ਮੰਗਦਾ ਹੈ, ਗੁਰੂ ਸਾਹਿਬਾਂ ਦੇ ਮੱਥਾ ਵੀ ਟੇਕਦਾ ਚਰਨਾਂ 'ਤੇ, ਅਤੇ ਬਖਸ਼ਿਸ਼ ਮੰਗਦਾ ਹੈ ਕਿ ਮੈਨੂੰ ਬਖਸ਼ ਲਓ, ਮੇਰੀ ਤੁਹਾਡੇ ਨਾਲ ਜਿਹੜੀ ਇਹ ਤਕਰਾਰ ਹੋਈ ਸੀ ਮੈਨੂੰ ਬਖਸ਼ ਲਓ। ਇਸ ਤੋਂ ਬਾਅਦ ਅਗਲੀ ਗੱਲ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਜਹਾਂਗੀਰ ਬਾਦਸ਼ਾਹ ਅੰਮ੍ਰਿਤਸਰ ਦਰਬਾਰ ਸਾਹਿਬ ਜਾਂਦਾ ਹੈ। ਉੱਥੇ ਜਦੋਂ ਹਰਗੋਬਿੰਦ ਸਾਹਿਬ ਗੁਰੂ ਸਾਹਿਬ 52 ਰਾਜਿਆਂ ਨੂੰ ਛੁਡਵਾਉਂਦੇ ਹਨ, ਉਸ ਵਕਤ ਉਸੇ ਇਤਿਹਾਸ ਤੋਂ ਗੁਰੂ ਜੀ ਨੂੰ ਬੰਦੀ ਛੋੜਦਾਤਾ ਵੀ ਕਿਹਾ ਜਾਂਦਾ ਹੈ ਜੀ। ਗੁਰੂ ਜੀ ਦੇ ਅਨੇਕਾਂ ਨਾਮ ਹੈ, ਅਨੇਕਾਂ ਕਰਾਮਾਤਾਂ ਗੁਰੂ ਜੀ ਨੇ ਕੀਤੀਆਂ, ਅਤੇ ਬੰਦੀ ਛੋੜਦਾਤਾ ਕਿਹਾ ਗਿਆ। ਗੁਰੂ ਸਾਹਿਬ ਜਦੋਂ ਆਗਰੇ ਤੋਂ ਚੱਲ ਕੇ ਰਾਜਿਆਂ ਨੂੰ ਛੁਡਵਾ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਪਹੁੰਚਦੇ ਤਾਂ ਦੀਪਮਾਲਾ ਹੁੰਦੀ ਹੈ, ਪਿੱਛੇ ਪਿੱਛੇ ਜਹਾਂਗੀਰ ਵੀ ਪਹੁੰਚਦਾ ਹੈ। ਗੁਰੂ ਸਾਹਿਬਾਂ ਦੇ ਕੋਲ 500 ਸੋਨੇ ਦੀਆਂ ਮੋਹਰਾਂ ਰੱਖ ਕੇ ਉਹ ਉੱਥੇ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਸੁਣਦਾ ਹੈ, ਸੱਤੇ ਬਲਵੰਡੇ ਦਾ ਕੀਰਤਨ ਸੁਣਦਾ ਹੈ, ਅਤੇ ਨਾਲ ਗੁਰੂ ਸਾਹਿਬਾਂ ਦਾ ਸ਼ੁਕਰਾਨਾ ਕਰਦਾ ਹੈ ਅਤੇ ਮੁਆਫੀ ਵੀ ਮੰਗਦਾ ਹੈ। ਇੱਥੋਂ ਤੱਕ ਕਿ ਇਤਿਹਾਸਕਾਰ ਲਿਖਦੇ ਹਨ ਕਿ ਮਾਤਾ ਗੰਗਾ ਜੀ ਤੋਂ ਵੀ ਉਸਨੇ ਮੁਆਫੀ ਮੰਗੀ। ਇਸ ਤੋਂ ਬਾਅਦ ਉਹ ਕਸ਼ਮੀਰ ਚਲਿਆ ਜਾਂਦਾ ਹੈ ਜੀ। ਦਲ ਭੰਜਨ ਗੁਰ ਸੂਰਮਾ ਵਡ ਜੋਧਾ ਭਾਰੀ, ਇਹ ਜੋ ਵੱਡਾ ਯੋਧਾ ਦਲਾਂ ਨੂੰ ਭੰਜਨ ਵਾਲਾ, ਪਰੰਤੂ ਇਸ ਯੋਧੇ ਨੇ ਐਜ਼ ਏ 6ਵੇਂ ਨਾਨਕ ਇਸ ਲਈ ਗੁਰਗੱਦੀ ਸੰਭਾਲੀ ਹੀ ਕਿ ਗੁਰਮਤਿ ਦਾ ਪ੍ਰਚਾਰ ਕਰੇ, ਕਿਉਂਕਿ ਕਿਸੇ ਵੀ ਗੁਰੂ ਸਾਹਿਬ ਦਾ ਮਨੋਰਥ ਲੜਾਈਆਂ ਝਗੜੇ ਕਰਨਾ ਨਹੀਂ ਸੀ। ਲੜਾਈਆਂ ਝਗੜੇ ਉਹਨਾਂ 'ਤੇ ਥੋਪੇ ਗਏ ਸਨ। ਕਾਰਨ ਇਹ ਸੀ ਕਿ ਜਿਹੜਾ ਗੁਰੂ ਘਰ ਦੇ ਵਿੱਚ ਗਿਆਨ ਲੈਣ ਆਉਂਦਾ ਹੈ ਉਸ ਨੂੰ ਗਿਆਨ ਵੀ ਮਿਲਦਾ ਸੀ, ਪਰ ਜਿਹੜਾ ਚੜ੍ਹਾਈ ਕਰਕੇ ਆਉਂਦਾ ਸੀ ਉਹਨੂੰ ਤਲਵਾਰ ਮਿਲਦੀ ਸੀ। ਅਤੇ ਇਹ ਗਿਆਨ ਦੇ ਕਾਰਨ ਪ੍ਰਚਾਰ ਦੇ ਦੌਰੇ ਜੋ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੇ, ਇਹ ਕਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਗੇ ਪ੍ਰਚਾਰ ਕੀਤਾ, ਉਹ ਵੀ ਵਿਚਾਰਾਂ ਦੀ ਸਾਂਝ ਕਰੀ। ਬਿਲਕੁਲ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਪਾਤਸ਼ਾਹ ਵਾਂਗੂ, ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ 4 ਉਦਾਸੀਆਂ ਕੀਤੀਆਂ 4 ਦਿਸ਼ਾਵਾਂ ਦੇ ਵਿੱਚ ਜਾ ਕੇ, ਔਰ ਲਗਭਗ 25 ਸਾਲ ਗੁਰੂ ਨਾਨਕ ਸਾਹਿਬ ਜੀ ਨੇ ਇਹ ਯਾਤਰਾਵਾਂ ਕੀਤੀਆਂ, ਅਤੇ ਘਰ ਘਰ ਜਾ ਕੇ ਗੁਰੂ ਸਾਹਿਬਾਂ ਨੇ ਨਾਮ ਸਿਮਰਨ, ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦਾ ਉਪਦੇਸ਼ ਦਿੱਤਾ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਪ੍ਰਚਾਰ ਕੀਤਾ। ਜਦੋਂ
ਜਹਾਂਗੀਰ ਗੁਰੂ ਸਾਹਿਬਾਂ ਤੋਂ ਮਿਲ ਕੇ ਕਸ਼ਮੀਰ ਚਲਾ ਜਾਂਦਾ ਹੈ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਸ਼੍ਰੀਨਗਰ ਜਾਂਦੇ ਹਨ, ਕਿਉਂਕਿ ਉੱਥੇ ਇੱਕ ਮਾਤਾ ਸੀ, ਬਜ਼ੁਰਗ ਮਾਤਾ, ਜਿਸ ਦਾ ਨਾਮ ਭਾਗਪਰੀ ਇਤਿਹਾਸ ਵਿੱਚ ਆਉਂਦਾ ਹੈ। ਉਹ ਕਈਆਂ ਸਾਲਾਂ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ 6ਵੀਂ ਜੋਤ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਦੀ ਸੀ ਔਰ ਕਹਿੰਦੀ ਸੀ ਕਿ ਮੈਂ ਤੁਹਾਡੇ ਵਾਸਤੇ ਖੱਦਰ ਦਾ ਚੋਲਾ ਬਣਾਇਆ ਹੈ, ਤੁਸੀਂ ਜ਼ਰੂਰ ਆਓ। ਗੁਰੂ ਹਰਗੋਬਿੰਦ ਸਾਹਿਬ ਜਦੋਂ ਸ਼੍ਰੀਨਗਰ ਪਹੁੰਚਦੇ ਹਨ, ਕਸ਼ਮੀਰ ਪਹੁੰਚਦੇ ਹਨ, ਸਭ ਤੋਂ ਪਹਿਲਾਂ ਭਾਗਪਰੀ ਦੇ ਘਰ ਜਾਂਦੇ ਹਨ। ਜੀ। ਉੱਥੇ ਜਾ ਕੇ ਉਸ ਨੂੰ ਦਰਸ਼ਨ ਦਿੰਦੇ ਹਨ। ਭਾਗਪਰੀ ਦੇ ਅੱਖਾਂ 'ਚੋਂ ਅਥਰੂ ਵਹਿ ਤੁਰਦੇ ਹਨ ਕਿ ਗੁਰੂ ਅਕਾਲ ਪੁਰਖ ਪਰਮਾਤਮਾ ਮੇਰੇ ਘਰ ਖੁਦ ਤੁਰ ਕੇ ਆਇਆ ਹੈ। ਉਹ ਖੱਦਰ ਦਾ ਬਣਾਇਆ ਹੋਇਆ ਚੋਲਾ ਜਿਹੜਾ ਸੀ ਉਹ ਭੇਂਟ ਕਰਦੀ, ਗੁਰੂ ਸਾਹਿਬ ਉਸ ਨੂੰ ਪਾਉਂਦੇ ਹਨ ਅਤੇ ਉੱਥੇ ਹੀ ਉਸ ਮਾਤਾ ਦਾ ਜਿਹੜਾ ਹੈ ਸੰਸਕਾਰ ਵੀ ਗੁਰੂ ਸਾਹਿਬ ਕਰਦੇ ਹਨ। ਅੰਤਿਮ ਸਮਾਂ ਉੱਥੇ ਹੀ ਬੀਤਦਾ ਹੈ। ਇਸ ਤੋਂ ਅੱਗੇ ਗੁਰੂ ਨਾਨਕ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸ਼੍ਰੀਨਗਰ, ਬਾਰਾਮੂਲਾ, ਮੀਰਪੁਰ, ਗੁਜਰਾਤ ਤੋਂ ਹੁੰਦੇ ਹੋਏ ਲਾਹੌਰ ਆਉਂਦੇ ਹਨ ਜੀ। ਅਤੇ ਲਾਹੌਰ ਦੇ ਰਸਤੇ ਦੇ ਵਿੱਚ ਇੱਕ ਜਗ੍ਹਾ 'ਤੇ ਕੂੜੇ ਦੇ ਢੇਰ 'ਤੇ ਇੱਕ ਬੱਚਾ ਪਿਆ ਮਿਲਦਾ ਹੈ ਜੀ। ਅਤੇ ਉਹ ਕੁਥਰਾ ਬੱਚਾ ਸੀ। ਕੁਥਰਾ ਮਤਲਬ ਕਿ ਵਿੰਗਾ ਟੇਡਾ ਸੀ। ਅਤੇ ਗੁਰੂ ਸਾਹਿਬਾਂ ਨੇ ਉਹਨੂੰ ਦੇਖਿਆ ਅਤੇ ਸਿੱਖਾਂ ਨੂੰ ਕਿਹਾ ਕਿ ਇਸ ਬੱਚੇ ਨੂੰ ਉਠਾਓ, ਇਸ ਦੀ ਪਰਵਰਿਸ਼ ਕਰਾਂਗੇ। ਅਤੇ ਸਿੱਖਾਂ ਨੇ ਕਿਹਾ ਜੀ ਇਹ ਕੁਥਰਾ ਹੈ। ਗੁਰੂ ਜੀ ਨੇ ਕਿਹਾ ਇਹ ਕੁਥਰਾ ਨਹੀਂ, ਇਹ ਸੁਥਰਾ ਹੈ। ਇਹੀ ਸੁਥਰਾ ਬਾਅਦ ਵਿੱਚ ਸੁਥਰਾ ਸ਼ਾਹ ਬਣਦਾ ਹੈ, ਬਹੁਤ ਗੁਰੂ ਸਾਹਿਬਾਂ ਦੀ ਕਿਰਪਾ ਵਾਲਾ ਗੁਰਸਿੱਖ ਬਣਦਾ ਹੈ। ਉਸ ਤੋਂ ਬਾਅਦ ਗੁਰੂ ਸਾਹਿਬ ਲਾਹੌਰ ਜਾਂਦੇ ਹਨ। ਸੱਤੇ ਬਲਵੰਡੇ ਦਾ ਜਿਹੜਾ ਗੁਰੂ ਅਰਜਨ ਦੇਵ ਜੀ ਦੇ ਵਕਤ ਕੀਰਤਨ ਕਰਦੇ ਸਨ, ਉਹਨਾਂ ਨੂੰ ਜਾ ਕੇ ਮਿਲਦੇ ਸਨ। ਸੱਤੇ ਅਤੇ ਬਲਵੰਡੇ ਦੀ ਇਹ ਖੁਆਇਸ਼ ਸੀ ਕਿ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸਾਡਾ ਅੰਤਿਮ ਸਮਾਂ ਨਿਕਲੇ। ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਸੱਤੇ ਬਲਵੰਡੇ ਕੋਲ ਜਾ ਕੇ ਕੀਰਤਨ ਸੁਣਦੇ ਹਨ। ਅੰਤਿਮ ਸਮਾਂ ਜਦੋਂ ਕੀਰਤਨ ਕਰਦੇ ਕਰਦੇ ਦੋਵੇਂ ਗੁਰਸਿੱਖ ਗੁਰੂ ਸਾਹਿਬਾਂ ਦੇ ਚਰਨਾਂ 'ਚ ਜਾ ਬਰਾਜਦੇ ਹਨ ਅਤੇ ਸੱਤੇ ਬਲਵੰਡੇ ਦਾ ਖੁਦ ਸੰਸਕਾਰ ਜਿਹੜਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਕਰਦੇ ਹਨ। ਇਸ ਤੋਂ ਉਪਰੰਤ ਗੁਰੂ ਸਾਹਿਬ ਨਾਨਕ ਮਤਾ ਵਿੱਚ ਵੀ ਗਏ, ਜਿੱਥੇ ਗੁਰੂ ਨਾਨਕ ਸਾਹਿਬ ਨੇ ਯੋਗੀਆਂ ਦੇ ਨਾਲ, ਸਿੱਧਾਂ ਦੇ ਨਾਲ ਵਾਰਤਾ ਕੀਤੀ ਸੀ ਔਰ ਯੋਗੀਆਂ ਅਤੇ ਸਿੱਧਾਂ ਨੂੰ ਇਹ ਦੱਸਿਆ ਸੀ ਕਿ ਲੰਬੇ ਲੰਬੇ ਚੌਂਕੜੇ ਮਾਰ ਕੇ, ਘਰ ਬਾਹਰ ਛੱਡ ਕੇ, ਜੰਗਲਾਂ 'ਚ ਬੈਠ ਕੇ ਪ੍ਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ। ਘਰ ਗ੍ਰਸਤੀ ਵਿੱਚ ਰਹਿ ਕੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਸੱਚੇ ਮਨ ਨਾਲ ਯਾਦ ਕਰਕੇ ਪਾਇਆ ਜਾ ਸਕਦਾ ਹੈ। ਉੱਥੇ ਵੀ ਗੁਰੂ ਸਾਹਿਬ ਗਏ। ਨਾਨਕ ਮਤਾ ਜਿਹੜਾ ਭਾਈ ਅਲਮਸਤ ਸੀ, ਉਸ ਦੀ ਬੇਨਤੀ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਉੱਥੇ ਜਾਂਦੇ ਹਨ। ਜਿਹੜੇ ਸਿੱਧ 'ਚ ਜੋਗੀ ਉਸ ਵੇਲੇ ਆ ਕੇ ਬੈਠੇ ਸਨ, ਗੁਰੂ ਸਾਹਿਬਾਂ ਨੇ ਉਹਨਾਂ ਨੂੰ ਵੀ ਉੱਥੋਂ ਭਜਾਇਆ ਅਤੇ ਉੱਥੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪਿੱਪਲ ਜਾਂ ਬੋਰਡ ਲਗਾਇਆ ਸੀ, ਉਸ ਨੂੰ ਜਲਾ ਦਿੱਤਾ ਸੀ ਸਿੱਧਾਂ ਨੇ। ਅਤੇ ਗੁਰੂ ਸਾਹਿਬਾਂ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉੱਥੇ ਕੇਸਰ ਦੇ ਛਿੱਟੇ ਵੀ ਮਾਰੇ। ਉਹ ਅੱਜ ਵੀ ਇਤਿਹਾਸ ਉੱਥੇ ਹੈਗਾ। ਸੋ ਇਸ ਤੋਂ ਇਲਾਵਾ ਗੁਰੂ ਜੀ ਮਾਲਵੇ ਦੇ ਖੇਤਰ 'ਚ ਵੀ ਜਾਂਦੇ ਹਨ। ਇੱਕ ਵਾਰ ਮਾਲਵੇ ਦੀ ਇੱਕ ਛੋਟੀ ਜਿਹੀ ਘਟਨਾ ਮੈਂ ਜ਼ਰੂਰ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਕ ਮਾਲਵੇ ਦੀ ਥਾਂ 'ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਿੱਟੇ ਰੰਗ ਦੇ ਬਸਤਰ, ਚਿੱਟੀ ਪਗੜੀ, ਚਿੱਟਾ ਘੋੜਾ ਅਤੇ ਚਿੱਟਾ ਬਾਜ ਲੈ ਕੇ ਜਦੋਂ ਗੁਰੂ ਸਾਹਿਬ ਬਾਹਰ ਨਿਕਲੇ ਅਤੇ ਬਹੁਤੇ ਸਿੱਖ ਅਤੇ ਬਹੁਤੇ ਜਿਹੜੇ ਭੁੱਖਾਂ ਲੈ ਗਈਆਂ। ਗੁਰੂ ਸਾਹਿਬਾਂ ਦਾ ਸਰੂਪ ਇੰਨਾ ਸੋਹਣਾ ਲੱਗ ਰਿਹਾ ਸੀ ਕਿ ਉੱਥੋਂ ਦਾ ਇੱਕ ਜਿਹੜਾ ਕਲਾਕਾਰ ਸੀ, ਉਸਨੇ ਗੁਰੂ ਸਾਹਿਬਾਂ ਦਾ ਸਰੂਪ ਬਣਾ ਕੇ ਗੁਰੂ ਸਾਹਿਬਾਂ ਦੇ ਅੱਗੇ ਪੇਸ਼ ਕੀਤਾ। ਪਰ ਗੁਰੂ ਸਾਹਿਬਾਂ ਨੇ ਕਿਹਾ ਕਿ ਸਾਡਾ ਸਰੂਪ ਨਹੀਂ ਬਣਾਉਣਾ, ਸ਼ਬਦ ਗੁਰੂ ਹੈ। ਗੁਰੂ ਦਾ ਜਿਹੜਾ ਸਰੂਪ ਬਣਾਇਆ ਹੈ ਇਹ ਚੰਗੀ ਗੱਲ ਹੈ, ਪਰ ਜਿਹੜਾ ਸਾਡਾ ਅਸਲ 'ਚ ਗੁਰੂ ਹੈ ਉਹ ਸ਼ਬਦ ਗੁਰੂ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਅਤੇ ਅਸੀਂ ਸ਼ਬਦ ਗੁਰੂ ਨਾਲ ਜੁੜਨਾ ਹੈ। ਇਸ ਤੋਂ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਗੁਜਰਾਤ ਪਹੁੰਚਦੇ ਹਨ ਅਤੇ ਉੱਥੇ ਇੱਕ ਸ਼ਾਹ ਦੌਲਾ ਨਾਮ ਦਾ ਫਕੀਰ ਮਿਲਦਾ ਹੈ ਜੀ। ਉਹ ਜਿਹੜਾ ਫਕੀਰ ਸੀ ਉਹ ਲੋਕ ਭਲਾਈ ਦੇ ਕੰਮ ਕਰਦਾ ਸੀ। ਗੁਰੂ ਸਾਹਿਬਾਂ ਨਾਲ ਜਦੋਂ ਮੁਲਾਕਾਤ ਹੋਈ, ਗੁਰੂ ਜੀ ਤੋਂ ਬਹੁਤ ਇੰਪ੍ਰੈਸ ਹੋਇਆ। ਗੁਰੂ ਜੀ ਨਾਲ ਵਿਚਾਰ ਚਰਚਾ ਵੀ ਹੋਈ ਅਤੇ ਗੁਰੂ ਸਾਹਿਬਾਂ ਨੇ ਉਸ ਸ਼ਾਹ ਦੌਲਾ ਫਕੀਰ ਨੂੰ ਇਹ ਕਹਿ ਤਾ, ਸ਼ਾਹ ਦੌਲਾ ਫਕੀਰ ਵੱਡਾ ਅਮੀਰ ਅਤੇ ਸ਼ਾਹ ਦੌਲਾ ਫਕੀਰ। ਅਤੇ ਜਦੋਂ ਸ਼ਾਹ ਦੌਲੇ ਨੇ ਇਹ ਸੁਣਿਆ ਅਤੇ ਉਸਨੇ ਕਿਹਾ ਜੀ ਗੁਰੂ ਨਾਨਕ ਦੇਵ ਜੀ ਬਾਰੇ ਉਸਨੇ 2-3 ਲੈਣਾ ਸੁਣੀਆਂ। ਕਹਿੰਦਾ ਮੈਂ ਗੁਰੂ ਜੀ ਦਾ ਜਸ ਸੁਣਿਆ ਹੈ, ਕੁਝ ਕਹਿਣਾ ਚਾਹੁੰਦਾ ਹਾਂ। ਅਤੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹੋ। ਅਤੇ ਉਹਨਾਂ ਨੇ ਕਿਹਾ ਜੀ ਨਾਨਕ ਫਕੀਰ ਦੀਨ ਦੁਨੀਆ ਦਾ ਪੀਰ, ਕਿ ਗੁਰੂ ਨਾਨਕ ਫਕੀਰ ਜਿਹੜਾ ਸੀ ਉਹ ਦੀਨ ਦੁਨੀਆ ਦਾ ਪੀਰ, ਦੋਹਾਂ ਜਹਾਨਾਂ ਦਾ ਵਾਲੀ ਜਿਹੜਾ ਉਹ ਗੁਰੂ ਨਾਨਕ ਹੈ, ਅਤੇ ਤੁਸੀਂ ਉਸ ਗੁਰੂ ਨਾਨਕ ਦੀ ਗੁਰਗੱਦੀ 'ਤੇ ਬੈਠੇ ਹੋ, ਮੈਂ ਤੁਹਾਨੂੰ ਨਮਸਕਾਰ ਕਰਦਾ। ਇਸ ਤੋਂ ਉਪਰੰਤ ਦੌਲਾ ਸ਼ਾਹ ਜਿਹੜਾ ਸੀ, ਉਸ ਦੇ ਮਨ 'ਚ ਸ਼ੰਕਾ ਆਇਆ ਕਿ ਕਿਉਂਕਿ ਗੁਰੂ ਸਾਹਿਬ ਨੇ ਸ਼ਸਤਰ ਵੀ ਪਹਿਨੇ ਹਨ, ਵਿਆਹ ਵੀ ਕੀਤਾ ਹੋਇਆ ਹੈ, ਅਤੇ ਇਹ ਗੁਰੂ ਕਿਵੇਂ ਹੋ ਸਕਦੇ ਹਨ। ਅਤੇ ਗੁਰੂ ਸਾਹਿਬਾਂ ਨੇ ਹਰਗੋਬਿੰਦ ਸਾਹਿਬ ਜੀ ਨੇ ਉਹਦਾ ਸ਼ੰਕਾ ਦੂਰ ਕਰਨ ਲਈ ਉੱਥੇ 2 ਲਾਈਨਾਂ ਜਿਹੜੀਆਂ ਉਹ ਕਹੀਆਂ, ਉਹ ਇਹ ਸਨ, ਔਰਤ ਈਮਾਨ
ਦੌਲਤ ਗੁਜਰਾਨ ਪੁੱਤਰ ਨਿਸ਼ਾਨ, ਆਰਫ ਵਿਚਾਰ ਮਜ਼ਹਬ ਸੁਧਾਰ, ਪੁਜਾਰੀ ਆਚਾਰ ਤੇ ਮਾਰੂਥਲ ਮੇ ਜਲ ਕੁਦਰਤ ਕਰਤਾਰ। ਭਾਵ ਅਰਥ ਇਹ ਕਿ ਜਿਹੜੀ ਔਰਤ ਹੈ ਉਸ ਨੂੰ ਇਮਾਨ ਸਮਝਣਾ ਚਾਹੀਦਾ ਹੈ, ਦੌਲਤ ਨੂੰ ਗੁਜ਼ਾਰਾ ਕਰਨ ਵਾਸਤੇ ਵਰਤਣਾ ਚਾਹੀਦਾ ਹੈ, ਪੁੱਤਰ ਸਾਡਾ ਨਿਸ਼ਾਨ ਹੈ, ਆਰਫ ਵਿਚਾਰ ਤੁਹਾਡੇ ਉੱਤਮ ਵਿਚਾਰ ਹੋਣੇ ਚਾਹੀਦੇ ਨੇ, ਤੇ ਮਜ਼ਹਬ ਸੁਧਾਰ, ਮਜ਼ਹਬ ਉਹ ਹੈ ਜਿਹੜਾ ਸਾਡੇ ਮਨਾਂ 'ਚ ਬੁਰਾਈਆਂ, ਬੁਰੇ ਖਿਆਲਾਂ, ਬੁਰੇ ਵਹਿਮਾਂ ਭਰਮਾਂ ਨੂੰ ਦੂਰ ਕਰਦਾ ਹੈ। ਮਜ਼ਹਬ ਸਾਨੂੰ ਸੁਧਾਰ ਸਿਖਾਉਂਦਾ ਹੈ। ਅਤੇ ਪੁਜਾਰੀ ਆਚਾਰ, ਪੁਜਾਰੀ ਜਿਹੜਾ ਹੈ ਉਹਦਾ ਆਚਾਰ ਉੱਚਾ ਸੁੱਚਾ ਹੋਣਾ ਚਾਹੀਦਾ ਹੈ। ਅਤੇ ਇਹ ਸਾਰੀਆਂ ਬਖਸ਼ਾਂ ਗੁਰੂ ਸਾਹਿਬ ਉੱਥੇ ਵੰਡਦੇ ਹੋਏ ਮਾਲਵੇ ਦੇ ਰਸਤੇ ਰਾਹੀਂ ਫਿਰ ਅੰਮ੍ਰਿਤਸਰ ਪਹੁੰਚਦੇ ਹਨ ਜੀ। ਵਿਚਾਰਾਂ ਦੇ ਵਿੱਚ ਅੱਜ ਸਿਰਫ ਇੰਨਾ ਹੀ। ਅਤੇ ਹੁਣ ਕੱਲ੍ਹ ਪੁੱਛੇ ਗਏ ਸਵਾਲ ਦਾ ਠੀਕ ਜਵਾਬ ਹੈ ਸਰਦਾਰ ਹਰਬੰਸ ਸਿੰਘ ਜੀ ਅੰਮ੍ਰਿਤਸਰੀ, ਪੰਜਾਬੀ ਸੂਬਾ ਮੋਰਚੇ ਦੇ ਪਹਿਲੇ ਸ਼ਹੀਦ ਸਨ। ਇਸ ਠੀਕ ਜਵਾਬ ਸਾਨੂੰ ਸਭ ਤੋਂ ਪਹਿਲਾਂ ਭੇਜਿਆ ਹੈ ਸਰਦਾਰ ਬਲਵੀਰ ਸਿੰਘ ਜੀ ਨੇ, ਡੋਈਵਾਲਾ ਦੇਹਰਾਦੂਨ ਤੋਂ। ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਸਾਡੇ ਇਸ ਪ੍ਰੋਗਰਾਮ ਦੇ ਸਪਾਂਸਰਸ ਸਰਦਾਰ ਸੁਰਿੰਦਰਪਾਲ ਸਿੰਘ ਜੀ, ਰੂਹਾਨੀ ਸੰਦੇਸ਼ ਪੱਤਰਕਾ, ਗੋਬਿੰਦ ਨਗਰ ਕਾਨਪੁਰ ਵਾਲਿਆਂ ਵੱਲੋਂ ਕੈਸ਼ ਇਨਾਮ। ਅਤੇ ਹੁਣ ਅੱਜ ਦਾ ਸਵਾਲ, ਗੁਜਰਾਤ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਭੇਂਟ ਕਿਹੜੇ ਫਕੀਰ ਨਾਲ ਹੋਈ ਸੀ? ਇਸ ਸਵਾਲ ਦਾ ਠੀਕ ਜਵਾਬ ਤੁਸੀਂ ਸਭ ਤੋਂ ਪਹਿਲਾਂ ਸਾਨੂੰ 8836 90192 ਦੇ ਉੱਪਰ ਭੇਜਣਾ ਹੈ। ਜਿਹੜੇ ਦਰਸ਼ਕ ਦਾ ਠੀਕ ਜਵਾਬ ਸਭ ਤੋਂ ਪਹਿਲਾਂ ਪਹੁੰਚੇਗਾ ਉਸ ਨੂੰ ਦਿੱਤਾ ਜਾਏਗਾ ਸਾਡੇ ਸਪਾਂਸਰਸ ਵੱਲੋਂ ਆਕਰਸ਼ਕ ਇਨਾਮ। ਅਤੇ ਵੀਰ ਜੀ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਏ, ਆ ਕੇ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।